ग्रंथ हाजरी गवाई उचारण करो जी। वाहिगुरु जी का खालसा वाहिगुरु जी की फतेह। सतगुरु गुरु अर्जन साहिब जी कहते पाशन क्रोध अगर नीवै। ਜਿਹੜਾ ਪੁਰਖ ਕਈ ਵਾਰੀ ਸਭ ਤੋਂ ਪਿੱਛੇ ਹੁੰਦਾ ਹੈ ਨਾ, ਗੁਰੂ ਸਾਹਿਬ ਜੀ ਉਹਨੂੰ ਮੂਹਰਲੀ ਕਤਾਰ 'ਚ ਖੜਿਆ ਕਰ ਦਿੰਦੇ ਆ। ਕਈ ਵਾਰੀ ਨਾ ਬੱਚੇ ਸਕੂਲ 'ਚ ਜਾਂਦੇ ਆ, ਟੀਚਰ ਪੜਾਉਂਦੇ, ਕਈ ਬੱਚੇ ਇੱਕ ਨੰਬਰ ਤੇ ਬੈਠਦੇ ਡੈਸਕ ਦੇ ਉੱਪਰ, ਇੱਕ ਦੋ ਨੰਬਰ ਤੇ ਬੈਠਦੇ। ਸ਼ਾਇਦ ਵੇਖਣ ਵਾਲਿਆਂ ਨੂੰ ਲੱਗਦਾ ਹੋਏਗਾ ਵੀ ਇਹ ਬਹੁਤ ਨੰਬਰ ਲੈ ਕੇ ਜਾਣਗੇ, ਟੀਚਰ ਦੇ ਬਿਲਕੁਲ ਨੇੜੇ ਬੈਠੇ ਆ। ਕਈ ਵਾਰੀ ਐਸਾ ਹੁੰਦਾ ਅੱਗੇ ਬੈਠਣ ਵਾਲੇ ਫੇਲ ਹੋ ਜਾਂਦੇ, ਜਿਹੜਾ ਸਭ ਤੋਂ ਪਿੱਛੇ ਬੈਠਦਾ ਉਹ 100% ਨੰਬਰ ਲੈ ਕੇ ਪਾਸ ਹੋ ਜਾਂਦਾ। ਜੇ ਗੁਰੂ ਚਾਹੇ, ਰੱਬ ਚਾਹੇ, ਉਹ ਪਿੱਛੇ ਖੜੇ ਨੂੰ ਬਾਹ ਪਕੜ ਕੇ ਸਾਰਿਆਂ ਤੋਂ ਮੂਹਰੇ ਕਰ ਦਿੰਦਾ ਹੈ ਜੇ ਉਹਦੀ ਬਖਸ਼ਿਸ਼ ਵਰਤੇ ਤਾਂ। ਮਹਾਰਾਜ ਕਹਿੰਦੇ ਜਿਸ ਨੀਚ ਕੋ ਮਿਲੇ ਨਾ ਢੋਈ, ਸਗਲ ਸ੍ਰਿਸ਼ਟ ਤਾਂ ਕੇ ਚਰਨ ਮਲ ਧੋਈ। ਜਿਹਨੇ ਭਗਤ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬੈਠੇ ਲੋਕ ਤਿਰਸਕਾਰ ਕਰਦੇ ਸਨ ਇਹਨਾਂ ਦਾ, ਕਹਿੰਦੇ ਜੀ ਇਹ ਨੀਵੀਆਂ ਜਾਤਾਂ ਵਾਲੇ ਨੇ, ਉਹ ਗਰੀਬ ਪਰਿਵਾਰਾਂ ਤੋਂ ਹੋਏ, ਤੇ ਜਦੋਂ ਰੱਬ ਦੀ ਬਖਸ਼ਿਸ਼ ਵਰਤੀ ਉਹਨਾਂ ਨੇ ਮੂਹਰਲੀ ਕਤਾਰ ਤੋਂ ਉਹਨਾਂ ਭਗਤਾਂ ਨੂੰ ਖਿਲਿਆ ਜਾਏ। ਗੋਬਿੰਦ 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 ਸੰਗ ਨਾਮ ਦਿਓ, ਮਨ ਲੀਨਾ ਆੜ ਦਾਮ, ਕੋਈ ਸ਼ੀਪੁਰੋ ਹੋਇਓ ਲਖੀਣਾ। ਜਿਹਦਾ ਸੰਸਾਰ ਨੇ ਅੱਧੀ ਕੌਡੀ ਮੁੱਲ ਨਹੀਂ ਪਾਇਆ, ਉਹਨੂੰ ਰੱਬ ਨੇ ਲੱਖਾਂ ਦਾ ਬਣਾ ਦਿੱਤਾ। ਆੜ ਦਾਮ ਕੋਈ ਸ਼ੀਪੁਰੋ ਹੋਇਓ ਲਖੀਣਾ, ਬੁਣਨਾ ਤੜਨਾ ਤਿਆਗ ਕੈ ਚਿਤ ਚਰਨ ਕਬੀਰਾ। ਨੀਚ ਕੁੱਲਾ ਜਲਾਹਰਾ ਭਇਓ, ਗੁਣੀ ਗਹੀਰਾ ਰਬਦਾਸ ਢਵੰਤਾ ਢੋਰ। ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਸੈਣ ਨਾਈ ਬੁਤਕਾਰੀਆ, ਉਹ ਘਰ ਕਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ। ਇਹ ਬਿਰਧ ਸੁਣ ਕੇ ਜਟ ਰੋਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਦਾ ਇੱਕ ਸ਼ਬਦ ਅਸੀਂ ਪੜ੍ਹਦੇ ਹਾਂ, ਨੀਚੇ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ। ਜਿਨ੍ਹਾਂ ਨੂੰ ਲੋਕਾਂ ਦੇ ਨੀਵੇਂ ਵਿਖਾਉਣ ਦਾ ਯਤਨ ਕੀਤਾ, ਰੱਬ ਨੇ ਉਹਨਾਂ ਨੂੰ ਸਾਰਿਆਂ ਦੇ ਸਿਰ ਉੱਪਰ ਬਿਠਾ ਦਿੱਤਾ। ਅੱਜ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੂੰ ਅਸੀਂ ਸਿਜਦਾ ਕਰਦੇ ਹਾਂ, ਸਾਰੇ ਭਗਤਾਂ ਨੂੰ ਵੀ ਅਸੀਂ ਮੱਥਾ ਟੇਕਦੇ ਹਾਂ। ਗੁਰੂ ਅਰਜਨ ਸਾਹਿਬ ਜੀ ਨੇ ਉਸ ਸਿੰਘਾਸਨ ਤੇ ਭਗਤਾਂ ਨੂੰ ਬਿਠਾਇਆ ਜਿਸ ਸਿੰਘਾਸਨ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਬੈਠੇ ਹੋਏ ਆ। ਅੱਜ ਸਾਰਿਆਂ ਨੂੰ ਸਿਜਦਾ ਕਰਦੇ ਹਾਂ ਅਸੀਂ। ਮਹਾਰਾਜ ਕਹਿੰਦੇ ਨੀਚੇ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ। ਜਾਂ ਕੀ ਛੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਧਰੇ। ਨੀਚੇ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ। ਨਾਮ ਦੇਵ ਕਬੀਰ ਤਰਲੋਚਨ ਸਦਨਾ ਸੈਣ ਤਰੇ। ਕਹਿ ਰਬਦਾਸ ਸੁਨੋ ਸਿਰੇ ਸੰਤੋ, ਹਰ ਜੀਓ ਤੇ ਸਭੈ ਸਦੈ। ਜਿਹੜੇ ਨੀਵੇਂ ਸਨ ਉਹਨਾਂ ਨੂੰ ਉੱਚਿਆ ਕਰ ਦਿੱਤਾ ਵਾਹਿਗੁਰੂ ਨੇ, ਕਿਉਂਕਿ ਉੱਚੇ ਨੂੰ ਜਪਿਆ ਉਹਨਾਂ ਨੇ। ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ। ਜੇ ਕੋਈ ਵੱਡੇ ਨਾਲ ਜੁੜਦਾ ਉਹ ਵੱਡਾ ਉਹਨੂੰ ਆਪਣੇ ਵਰਗਾ ਹੀ ਕਰ ਲੈਂਦਾ। ਭਾਵ ਪਾਸ਼ਮ ਕ੍ਰੋਧ ਅਗਰ ਨੀਵੇਂ, ਜਿਨ੍ਹਾਂ ਦਾ ਲੋਕਾਂ ਨੇ ਤਿਰਸਕਾਰ ਕੀਤਾ, ਜਿਨ੍ਹਾਂ ਨੂੰ ਨੀਚ ਕਿਹਾ, ਨੀਵੇਂ ਕਿਹਾ, ਸਤਿਗੁਰਾਂ ਨੇ ਵਾਹਿਗੁਰੂ ਨੇ ਪੂਜਣ ਲਾ ਦਿੱਤਾ ਸੰਸਾਰ ਨੂੰ। ਸੰਸਾਰ ਉਹਨਾਂ ਦੇ ਨਾਲ ਜੁੜਿਆ। ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ, ਸਗਲ ਸ੍ਰਿਸ਼ਟ ਤਾਂ ਕੇ ਚਰਨ ਮਲ ਧੋਈ। ਲੋਕਾਂ ਨੇ ਪੈਰ ਧੋ ਧੋ ਕੇ ਉਹਨਾਂ ਦੇ ਪੀਣੇ ਸ਼ੁਰੂ ਕਰ ਦਿੱਤੇ ਸੀ। ਪਾਸ਼ਮ ਕ੍ਰੋਧ ਅਗਰ ਨੀਵੇਂ, ਨਿਰਾਸਨ ਆਸ ਪੂਰਨ। ਇੱਥੇ ਨਿਰਾਸਾਂ ਦੀਆਂ ਆਸਾਂ ਪੂਰੀਆਂ ਹੁੰਦੀਆਂ। ਵੈਸੇ ਤੇ ਰੱਬ ਗੁਰੂ ਸਾਹਿਬ ਨਾਲ ਜਿਹੜਾ ਜੁੜਿਆ ਉਹ ਕਦੇ ਨਿਰਾਸ਼ ਹੁੰਦਾ ਹੀ ਨਹੀਂ ਹੈ। ਗੁਰੂ ਸਾਹਿਬ ਜੀ ਉਹਨੂੰ ਬਿਰਤੀ, ਉਹਨੂੰ ਸੋਚ, ਉਹਨੂੰ ਸਮਝ, ਉਹਨੂੰ ਗਿਆਨ, ਉਹਨੂੰ ਬੁੱਧੀ ਇਹੋ ਜਿਹੀ ਬਖਸ਼ ਦਿੰਦੇ, ਉਹ ਕਦੇ ਨਹੀਂ ਨਿਰਾਸ਼ ਹੁੰਦਾ। ਆਪ ਜੀ ਨੇ ਕਦੇ ਸੁਣਿਆ ਵੀ ਮੈਂ ਰੱਬ ਨੂੰ ਜਪਿਆ ਤਾਂ ਮੈਂ ਗੁਰੂ ਘਰ ਜਾਂਦਾ ਸੀ ਤੇ ਮੈਨੂੰ ਮਿਲਿਆ ਕੁਝ ਨਹੀਂ ਹੈ। ਇੱਕ ਸ਼ਬਦ ਬੜਾ ਪਿਆਰਾ ਕੰਠ ਹੋਏਗਾ ਸਾਰਿਆਂ ਨੂੰ, ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀਏ। ਸਤਿਗੁਰ ਹੋਏ ਦਇਆਲ ਨਾ ਕਬ ਹੂੰ ਝੂਰੀਏ। ਜਦ ਨਿਰਾਸ਼ ਹੋਣਾ ਝੂਰਨਾ ਇਹਦਾ ਇੱਕ ਅਰਥ ਹੀ ਹੈ। ਜੇ ਗੁਰੂ ਦਿਆਲ ਹੈ ਉਹ ਕਦੇ ਸਿੱਖ ਨੂੰ ਝੂਰ ਨਹੀਂ ਦਿੰਦਾ। ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ। ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਐ। ਸਤਿਗੁਰ ਹੋਏ ਦਇਆਲ ਤਾਂ ਨਵ ਨਿਧ ਪਾਈਐ। ਸਤਿਗੁਰ ਹੋਏ ਦਇਆਲ ਤਾਂ ਸੱਚ ਸਮਾਈਏ। ਨਿਰਾਸਨ ਆਸ ਪੂਰਨ, ਉਹ ਨਿਰਾਸਾਂ ਦੀਆਂ ਆਸਾਂ ਪੂਰੀਆਂ ਕਰਦਾ ਹੈ। ਅਗਲੇ ਬਚਨ ਨੇ ਰੂਪ ਨਿਰਧਨ ਭਯੰਗ ਧਨਵੰਤੈ। ਕੋਈ ਨਿਰਧਨ ਵੀ ਆਵੇ ਨਾ, ਮਹਾਰਾਜ ਕਹਿੰਦੇ ਉਹ ਧਨ ਵਾਲਾ ਬਣ ਜਾਂਦਾ। ਗੁਰੂ ਅਰਜਨ ਸਾਹਿਬ ਜੀ ਸੁਖਮਨੀ ਸਾਹਿਬ ਦੀ ਬਾਣੀ 'ਚ ਕਹਿੰਦੇ ਹੈ, ਜਿਸ ਧਨ ਕੋ ਚਾਰ ਕੁੰਟ ਉਠ ਧਾਵੇਂ, ਸੋ ਧਨ ਹਰ ਸੇਵਾ ਤੇ ਪਾਵੇਂ। ਕਈ ਵਾਰੀ ਮਨੁੱਖ ਧਨ ਦੀ ਖਾਤਰ ਭਟਕਦਾ ਹੈ।
4 ਕੁੰਟਾਂ ਦੇ ਵਿੱਚ ਫਿਰਦਾ ਆ। ਬੱਚੇ ਸਾਡੇ ਵਿਦੇਸ਼ਾਂ 'ਚ ਜਾਂਦੇ, ਕਈਆਂ ਦਾ ਇੱਕ ਇੱਕ ਬੱਚਾ, ਉਹ ਵਿਚਾਰਿਆਂ ਨੂੰ ਭੱਲਣਾ ਪਿਆ ਵਿਦੇਸ਼ਾਂ 'ਚ, ਇੱਥੇ ਨਾ ਨੌਕਰੀ ਮਿਲਦੀ ਨਾ ਕੁਝ ਵੀ, ਉਹ ਫਿਰ ਕਈ ਵਾਰੀ ਬੜੀ ਦੂਰ ਮਾਂ ਪਿਓ ਤੋਂ ਬੱਚਿਆਂ ਨੂੰ ਜਾਣਾ ਪੈਂਦਾ। ਮਹਾਰਾਜ ਕਹਿੰਦੇ ਐ ਨਿਰਧਨ ਭਯੰ ਧਨਵੰਤੈ। ਇੱਥੇ ਕੋਈ ਕੰਗਾਲ ਆ ਜਾਏ ਨਾ, ਉਹ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕਰੇ, ਉਹ ਧਨ ਵਾਲਾ ਬਣ ਜਾਂਦਾ ਹੈ। ਚਲੋ ਇੱਕ ਤਾਂ ਹੈਗਾ ਵੀ ਦੁਨਿਆਵੀ ਕਿਸੇ ਕੋਲ ਨਹੀਂ ਕੁਝ ਤੇ ਉਹਦਾ ਕਾਰੋਬਾਰ ਵੱਧ ਜਾਂਦਾ ਹੈ। ਇੱਕ ਹੈਗਾ ਵੀ ਜਿਹਦੇ ਕੋਲ ਨਾਮ ਧਨ ਨਹੀਂ ਹੈ, ਉਹ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕਰੇ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀਓ, ਮੈਂ ਕਿਆ ਮੰਗੂ ਕਿਛ ਥਿਰ ਨਾ ਰਹਾਈ ਹੱਦ ਦੀਜੇ ਨਾਮ ਪਿਆਰੀ ਜੀਓ। ਜਿਹੜਾ ਨਾਮ ਦੀ ਦਾਤ ਕੰਗਾਲ ਸੀ ਨਾ, ਮੰਗਿਆ ਤੇ ਤਾਂ ਅਸੀਂ ਉਹ ਚੀਜ਼ ਮੰਗਦੇ ਜਿਹੜੀ ਸਾਡੇ ਕੋਲ ਨਹੀਂ ਹੈ, ਜਿਹੜੀ ਬਹੁਤ ਹੈ। ਉਹ ਕਦੀ ਅਸੀਂ ਕਿਸੇ ਤੋਂ ਮੰਗਿਆ ਕੁਝ, ਕਹਿੰਦੇ ਕਿ ਮੇਰੇ ਕੋਲ ਬਹੁਤ ਹੈ। ਚੀਜ਼ ਅਰਦਾਸ ਉਸ ਚੀਜ਼ ਦੀ ਹੁੰਦੀ ਜਿਹੜੀ ਸਾਡੇ ਕੋਲ ਨਾ ਹੋਵੇ। ਮੰਗਦੇ ਅਸੀਂ ਉਹ ਹੀ ਹੈ, ਭਾਵੇਂ ਗਵਾਂਢੀਆਂ ਤੋਂ ਮੰਗੋ, ਭਾਵੇਂ ਕਿਸੇ ਰਾਜੇ ਕੋਲੋਂ, ਭਾਵੇਂ ਕਿਸੇ ਮੰਤਰੀ ਕੋਲੋਂ ਜਾ ਕੇ ਮੰਗੋ, ਚਾਹੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਮੰਗੋ। ਜਿਹੜੀ ਚੀਜ਼ ਨਹੀਂ ਅਸੀਂ ਉਹ ਮੰਗਦੇ ਆ। ਤੇ ਮਹਾਰਾਜ ਕਹਿੰਦੇ ਐ ਵੀ ਇੱਥੇ ਨਿਰਾਸ਼ ਨਹੀਂ ਕਿਸੇ ਨੂੰ ਰਹਿਣ ਦਿੰਦਾ। ਧਨ ਮੰਗਿਆ ਇੱਕ ਤੇ ਹੈਗਾ ਦੁਨਿਆਵੀ ਧਨ, ਉਹ ਵੀ ਗੁਰਮੁਖੋ ਗੁਰੂ ਸਾਹਿਬ ਬਖਸ਼ਿਸ਼ ਵਰਤਾਉਂਦੇ ਨੇ। ਕੰਗਾਲ ਜਿਹੜਾ ਧਨਵਾਨ ਬਣ ਜਾਂਦਾ। ਦਾਸ ਨੇ ਪਹਿਲਾਂ ਹੀ ਬਚਨ ਪੜ੍ਹੇ, ਆੜ ਦਾਮ ਕੋਈ ਸ਼ੀਪਰੋ ਹੋਇਓ ਲਖੀਨਾ, ਜਿਹਦਾ ਸੰਸਾਰ ਨੇ ਅੱਧੀ ਕੌਡੀ ਮੁੱਲ ਨਹੀਂ ਸੀ ਪਾਇਆ, ਉਹ ਲੱਖਾਂ ਦਾ ਹੋ ਗਿਆ, ਉਹਦੀ ਕੀਮਤ ਹੀ ਨਹੀਂ ਕੋਈ ਪਾ ਸਕਿਆ। ਨਿਰਧਨ ਭਯੰ ਧਨਵੰਤੈ। ਦੂਸਰਾ ਧਨ ਹੈ ਨਾਮ ਧਨ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਜਿਹਨੂੰ ਨੇ ਨਾਮ ਧਨ ਦੇ ਦਿੱਤਾ, ਉਹ ਸਿੱਖ ਬਹੁਤ ਵੱਡੇ ਭਾਗਾਂ ਵਾਲਾ ਹੈ। ਦੂਸਰਾ ਧਨ ਬਹੁਤ ਆ ਹੋਏਗਾ, ਉਹ ਵੱਡੇ ਭਾਗਾਂ ਵਾਲੇ ਨਹੀਂ ਹੈ। ਮਹਾਰਾਜ ਨੇ ਬਚਨ ਕਹੇ ਨਾ, ਸੁਖ ਨਾਹੀ ਬਹੁਤੇ ਧਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਸੁਖ ਤੇ ਨਾਮ ਧਨ ਚ ਹੈ। ਦੂਸਰਾ ਧਨ ਕਿਸੇ ਕੋਲ ਬਹੁਤ ਹੋਏਗਾ ਪਰ ਉਹ ਵਡਭਾਗਾ ਨਹੀਂ ਹੋਏਗਾ। ਵਡਭਾਗਾ ਉਹ ਹੈ ਜਿਹੜਾ ਗੁਰੂ ਸਾਹਿਬ ਨਾਲ ਜੁੜਿਆ ਹੈ, ਤੇ ਧਨ ਦੀ ਕਾਪੀ ਗੁਰੂ ਸਾਹਿਬ ਰਹਿਣ ਕੋਈ ਨਹੀਂ ਦਿੰਦੇ ਹੈ। ਗੁਰਮੁਖੋ ਇੱਕ ਮਾਇਆ ਜਿਹੜੀ ਹੈ ਨਾ, ਦਾਸ ਸਵੇਰੇ ਜਾਪਜੀ ਸਾਹਿਬ ਵੀ ਬੇਨਤੀ ਕਰਕੇ ਆਇਆ, ਮਾਇਆ ਪਰਛਾਵੇਂ ਦੀ ਤਰ੍ਹਾਂ ਇਹਦੇ ਪਿੱਛੇ ਦੌੜੋਗੇ ਤੁਹਾਡੇ ਹੱਥ ਨਹੀਂ ਆਏਗੀ। ਆਪਣਾ ਮੁਖ ਸੂਰਜ ਵੱਲ ਕਰ ਲਓ, ਸੂਰਜ ਰੱਬ ਜਾਂ ਗੁਰੂ ਹੈ, ਤੇ ਫਿਰ ਇਹ ਪਰਛਾਵਾਂ ਤੁਹਾਡੇ ਪਿੱਛੇ ਦੌੜੇਗਾ। ਫਿਰ ਤੇ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਏ, ਚਰਨੀ ਲਾਗੇ ਤਾਂ ਮਹਿਲ ਪਾਏ। ਇਹ ਦਾਸੀ ਬਣ ਜਾਂਦੀ ਹੈ। ਇਹਦਾ ਤਿਆਗ ਕਰੋਗੇ, ਹੱਥੋਂ ਛੱਡੋਗੇ, ਤੁਹਾਡੀ ਜੇਬ ਚ ਆਏਗੀ। ਜਿੱਦਣ ਪਕੜਨ ਦਾ ਯਤਨ ਕਰੋਗੇ ਨੇ ਠਹਿਰਨਾ ਹੀ ਸਾਡੇ ਕੋਲ ਨਹੀਂ। ਨਿਰਧਨ ਭਯੰ ਧਨਵੰਤੈ, ਰੋਗੀਆਂ ਰੋਗ ਖੰਡਣੈ। ਕਹਿੰਦੇ ਰੋਗੀਆਂ ਦਾ ਰੋਗ ਵੀ ਦੂਰ ਹੁੰਦਾ ਹੈ। ਸਾਰੀਆਂ ਦਾਤਾਂ ਮਿਲਦੀਆਂ ਨਾ। ਮਹਾਰਾਜ ਕਹਿੰਦੇ ਇਥੋਂ ਨਿਰਾਸ਼ ਕੋਈ ਨਹੀਂ ਰਹਿੰਦਾ। ਕੋਈ ਕੁਝ ਮੰਗਦਾ, ਕੋਈ ਕੁਝ ਸਾਰਿਆਂ ਨੂੰ ਮਿਲਦਾ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਉਹੀ ਦਿੰਦਾ। ਇੱਕ ਦਾਸ ਨੂੰ ਨਾ 10ਵੇਂ ਪਾਤਸ਼ਾਹ ਦੇ ਜੀਵਨ ਚੋਂ ਘਟਨਾ ਯਾਦ ਆਈ। ਗੁਰਮੁਖੋ ਬਠਿੰਡੇ ਇਲਾਕੇ ਦੀ ਸੰਗਤ ਚਲੀ ਗਈ। ਇਹ ਸ਼ਬਦ ਦੇ ਵਿੱਚ ਜੋ ਗੁਰੂ ਅਰਜਨ ਸਾਹਿਬ ਨੇ ਕਿਹਾ, ਉਹ ਗੁਰੂ ਸਾਹਿਬ ਨੇ ਇੱਕੇ ਵਾਰੀ ਬਖਸ਼ਿਸ਼ ਵਰਤਾਈ। ਮਿਲਦੇ ਅਸੀਂ ਆਸ ਲੈ ਕੇ ਰੱਖਦੇ ਹਾਂ, ਤੇ ਜੋ ਮੰਗਦੇ ਹਾਂ। ਮਹਾਰਾਜ ਦੇ ਬੜੇ ਪਿਆਰੇ ਬਚਨ ਨੇ, ਸਤਿਗੁਰ ਨੂੰ ਜਿਹਾ ਕੋ ਏਸ਼ ਦਾ ਤੇਹਾ ਫਲ ਪਾਏ ਹੋਏ। ਸਤਿਗੁਰੂ ਤੇ ਇੱਛਾ ਪੂਰਕ ਸਰਬ ਸੁਖ ਦਾਤਾ, ਹੱਦ ਜਾ ਕੇ ਵਸ ਹੈ ਕਾਮ ਤੇਨਾ। ਜੇ ਅਸੀਂ ਬਚਨ ਪੜ੍ਹਦੇ, ਕੋਈ ਪੁੱਤ ਸਿੱਖ ਸੇਵਾ ਕਰੇ, ਸਤਿਗੁਰੂ ਕੀ ਇਸ ਕਾਰਜ ਸਭ ਸਵਾਰੇ। ਜੋ ਇੱਛੈ ਸੋ ਫਲ ਪਾਏ, ਸੀ ਪੁੱਤ ਧਨ ਲਖਮੀ ਖੜ ਮੇਲੇ ਹਰ ਨਿਸਤਾਰੇ। ਨਿਰਾਸ਼ਕ ਆਸ ਪੂਰਨ ਹੈ, ਰੋਗੀਆਂ ਨੂੰ ਰੋਗ ਖੱਟਣਾ। ਬਠਿੰਡੇ ਦੀ ਸੰਗਤ ਗਈ ਅਨੰਦਪੁਰ ਸਾਹਿਬ ਦੀ ਧਰਤੀ ਤੇ। ਇਹਨਾਂ ਨੇ ਜਾ ਕੇ ਮਹਾਰਾਜ ਨੂੰ ਮੱਥਾ ਟੇਕਿਆ। 4-5 ਦਿਨ ਰਹੇ, ਵਾਪਸ ਚੱਲਣ ਲੱਗੇ। ਇਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਬੇਨਤੀ ਕੀਤੀ, ਮਹਾਰਾਜ ਜਦੋਂ ਦੀ ਅਸੀਂ ਖੰਡੇ ਦੀ ਪੌੜ ਛਕੀ ਹੈ ਨਾ, ਸਤਿਗੁਰੂ ਅਸੀਂ ਰੋਜ਼ ਬਾਣੀ ਪੜ੍ਹਦੇ ਹਾਂ, ਪਰ ਜਦੋਂ ਅਸੀਂ ਬਾਣੀ ਪੜ੍ਹਦੇ ਸਮਝ ਕੋਈ ਨਹੀਂ ਆਉਂਦੀ ਅਸੀਂ ਕੀ ਪੜ੍ਹਦੇ ਹਾਂ। ਸਾਰਿਆਂ ਨੂੰ ਗੁਰਬਾਣੀ ਦੇ ਅਰਥ ਨਹੀਂ ਸਮਝ ਆਉਂਦੇ। ਬਾਣੀ ਪੜ੍ਹਦੇ ਨਿਤਨੇਮ, ਕਿਸੇ ਨੇ ਖੰਡੇ ਦੀ ਪੌੜ ਛਕੀ, 5 ਪਿਆਰੇ ਸਾਹਿਬਾਨਾਂ ਨੇ ਕਿਹਾ ਭਾਈ ਨਿਤਨੇਮ ਜ਼ਰੂਰੀ ਹੈ। ਉਹ ਜਦੋਂ ਸ਼ੁਰੂ ਕਰਦੇ ਉਹਨੂੰ ਸਮਝ ਕੋਈ ਨਹੀਂ ਪੈਂਦੀ ਮੈਂ ਕੀ ਪੜ੍ਹਦਾ। ਸੰਗਤ ਨੇ ਇਹੀ ਬੇਨਤੀ ਕੀਤੀ, ਮਹਾਰਾਜ ਜਦੋਂ ਦਾ ਅੰਮ੍ਰਿਤ ਛਕਿਆ, ਬਾਣੀ ਪੜ੍ਹਦੇ ਆ ਪਰ ਕੀ ਪੜ੍ਹਦੇ ਆ ਇਹਦੀ ਸਮਝ ਨਹੀਂ ਹੈ। ਮਹਾਰਾਜ ਨੇ ਨਾ ਇੱਕ ਸਿੱਖ ਨੂੰ ਆਵਾਜ਼ ਮਾਰੀ, ਭਾਈ ਗੁਰਦਾਸ ਨਾਂ ਉਹਦਾ। 3 ਭਾਈ ਗੁਰਦਾਸ ਜੀ ਨੇ ਸਾਡੇ ਇਤਿਹਾਸ 'ਚ। ਇੱਕ ਤੇ ਗੁਰੂ ਅਰਜਨ ਸਾਹਿਬ ਜੀ ਦੇ ਮਾਮਾ ਜੀ ਲੱਗਦੇ ਸਨ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪਹਿਲੀ ਵਾਰੀ ਲਿਖਿਆ। ਰਾਮਸਰ ਸਰੋਵਰ ਦੇ ਕੰਢੇ ਦੇ ਉੱਪਰ ਬੈਠ ਕੇ ਗੁਰੂ ਅਰਜਨ ਸਾਹਿਬ ਨੇ, ਜਿਹਦਾ ਪ੍ਰਕਾਸ਼ ਹਰਿਮੰਦਰ ਸਾਹਿਬ 'ਚ 1604 'ਚ ਹੋਇਆ ਸੀ, ਉਹ ਭਾਈ ਗੁਰਦਾਸ ਜੀ ਤੋਂ ਲਿਖਵਾਈ ਸੀ ਸਾਰੀ ਬਾਣੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ।
ਇੱਕ ਭਾਈ ਗੁਰਦਾਸ ਜੀ ਕਵੀ ਹੋਏ ਨੇ ਗੁਰੂ ਸਾਹਿਬ ਜੀ ਦੀ ਹਜ਼ੂਰੀ 'ਚ 10ਵੇਂ ਪਾਤਸ਼ਾਹ। ਇਹ ਭਾਈ ਗੁਰਦਾਸ ਜੀ ਵੈਸੀ ਸਿੱਖ ਗੁਰੂ ਘਰ ਦੀ ਸੇਵਾ ਕਰਨ ਵਾਲੇ। ਮਹਾਰਾਜ ਨੇ ਸੱਦ ਲਿਆ ਭਾਈ ਗੁਰਦਾਸ ਜੀ ਨੂੰ, ਕਹਿੰਦੇ ਭਾਈ ਸਾਹਿਬ ਜੀ ਨਿਤਨੇਮ ਦੀ ਬਾਣੀ ਦੇ ਅਰਥ ਜਾਣਦੇ ਹੋ? ਕਹਿੰਦੇ ਜੀ ਤੁਹਾਡੀ ਕਿਰਪਾ ਹੈ ਵੀ ਸਿੱਖੇ ਹੈ, ਵੀ ਸਿੱਖਾਂ ਤੋਂ। ਭਾਈ ਮਣੀ ਸਿੰਘ ਜੀ ਸੰਥਿਆ ਦਿੰਦੇ ਸਨ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੱਚਿਆਂ ਨੂੰ, ਜਾਂ ਜਿੰਨੇ ਵੀ ਬਾਬਾ ਦੀਪ ਸਿੰਘ ਜੀ ਜਿਹੜੇ ਹੋਏ ਨਾ, ਉਹਨਾਂ ਨੇ ਭਾਈ ਮਣੀ ਸਿੰਘ ਜੀ ਤੋਂ ਸੰਥਿਆ ਕੀਤੀ ਸੀ ਗੁਰਬਾਣੀ ਦੀ। ਉਹ ਸੰਥਿਆ ਮਹਾਰਾਜ ਨੇ ਸੇਵਾ ਲਾਈ ਸੀ ਭਾਈ ਮਣੀ ਸਿੰਘ ਜੀ ਉਹਨਾਂ ਨੂੰ। ਮਹਾਰਾਜ ਨੇ ਭਾਈ ਗੁਰਦਾਸ ਜੀ ਨੂੰ ਸੱਦਿਆ, ਕਹਿਣ ਲੱਗੇ ਵੀ ਇਹ ਬਠਿੰਡੇ ਤੋਂ ਭਾਈ ਸੰਗਤ ਆਈ ਹੈ, ਤੁਸੀਂ ਇਹਨਾਂ ਦੇ ਨਾਲ ਜਾਣਾ। ਤੁਸੀਂ ਜਿਹੜੀ ਬਾਣੀ ਇਹ ਨਿਤਨੇਮ ਚ ਪੜ੍ਹਦੇ ਆ ਉਹਦੇ ਅਰਥ ਇਹਨਾਂ ਨੂੰ ਦ੍ਰਿੜ ਕਰਵਾ ਕੇ ਆਉਣੇ ਆ। ਉਦੋਂ 5 ਬਾਣੀਆਂ ਨਿਤਨੇਮ, 2 ਬਾਣੀਆਂ ਸ਼ਾਮ ਨੂੰ, ਅੰਮ੍ਰਿਤ ਵੇਲੇ ਦੀਆਂ 5, 2 ਰਹਿਰਾਸ ਸਾਹਿਬ ਦਾ ਪਾਠ, ਹੋਰ ਕੀਰਤਨ ਸਵੇਲਾ। ਮਹਾਰਾਜ ਕਹਿੰਦੇ ਵੀ ਅਰਥ ਇਹਨਾਂ ਨੂੰ ਚੰਗੀ ਤਰ੍ਹਾਂ ਦ੍ਰਿੜ ਕਰਵਾ ਕੇ ਆਇਓ। ਉਹ ਮਹਾਰਾਜ ਸਤ ਬਚਨ ਜਦੋਂ ਚੱਲਣ ਲੱਗੇ ਨਾ ਭਾਈ ਗੁਰਦਾਸ ਜੀ ਸੰਗਤ ਦੇ ਨਾਲ, ਦੇ ਮਹਾਰਾਜ ਨੇ ਸੰਗਤ ਨੂੰ ਇੱਕ ਗੱਲ ਕਹੀ, ਸੰਗਤ ਜੀ ਭਾਈ ਗੁਰਦਾਸ ਜੀ ਨੇ ਤੁਹਾਨੂੰ ਸੁਣਾਉਣੀ ਹੈ ਕਥਾ, ਇਹ ਤੁਹਾਡੇ ਕੋਲੋਂ ਮੰਗ ਕੇ ਨਹੀਂ ਕਦੇ ਖਾਏਗਾ। ਇਹਦੀ ਸੇਵਾ ਤੁਸੀਂ ਕਰਨੀ ਹੈ। ਇਹਨਾਂ ਨੂੰ ਕੱਪੜੇ ਚਾਹੀਦੇ ਆ, ਪੈਸਾ ਚਾਹੀਦਾ ਵਰਤਣ ਵਾਸਤੇ, ਜਾਂ ਪ੍ਰਸ਼ਾਦਾ ਛਕਣਾ ਇਹਨਾਂ ਨੇ ਕਿਸੇ ਦੇ ਘਰੇ ਮੰਗ ਕੇ ਨਹੀਂ ਛਕਣਾ ਹੈ, ਤੁਸੀਂ ਵਰਜ ਕੇ ਛਕਾਉਣਾ ਹੈ ਪ੍ਰਸ਼ਾਦਾ। ਮੈਂ ਜਾਪਣੀ ਸਾਹਿਬ ਕਈ ਵਾਰੀ ਬੇਨਤੀ ਕਰਦਾ ਹੈ, ਪਿੰਡਾਂ 'ਚ ਨਾ ਗ੍ਰੰਥੀ ਸਿੰਘ ਰੱਖੇ ਨੇ, ਮਾਫ ਕਰਨਾ ਗੁਰਮੁਖੋ, ਚਲੋ ਇਹ ਬਚਨ ਆਏ ਮੈਂ ਸਾਂਝੇ ਕਰਦਾ। ਗ੍ਰੰਥੀ ਸਿੰਘ ਸਵੇਰੇ ਵਿਚਾਰਾ ਨਿਤਨੇਮ ਕਰਦਾ ਹੈ, ਨਿਤਨੇਮ ਤੇ ਘਾਟਾ ਉਹ ਗ੍ਰੰਥੀ ਸਿੰਘ ਜੀ ਦਾ ਲੱਗਦਾ, ਸਾਰੇ ਪਿੰਡ ਦੀ ਸੁੱਖ ਮੰਗਦਾ ਹੈ, ਅੰਮ੍ਰਿਤ ਵੇਲੇ ਵੀ, ਦੂਸਰੀ ਅਰਦਾਸ ਦੇ ਅੰਦਰ ਵੀ। ਫਿਰ ਵਿਚਾਰੇ ਨੂੰ ਡੋਲੂ ਫੜ ਕੇ ਘਰਾਂ 'ਚ ਜਾਣਾ ਪੈਂਦਾ ਹੈ। ਐਸਾ ਨਹੀਂ ਹੋਣਾ ਚਾਹੀਦਾ। 100 ਘਰ ਇੱਕ ਪਿੰਡ 'ਚ, ਕੀ ਗ੍ਰੰਥੀ ਸਿੰਘ ਦੇ ਪਰਿਵਾਰ ਦਾ 100 ਜੇ ਘਰ ਬੈਠੇ ਇੱਕ ਡੰਗ ਦਾ ਅਸੀਂ ਪ੍ਰਸ਼ਾਦਾ ਨਹੀਂ ਵਰਤ ਕੇ ਛਕਾ ਸਕਦੇ? ਉਹਨੂੰ ਡੋਲੂ ਫੜਨ ਲਈ ਮਜਬੂਰ ਨਾ ਕਰੀਏ। ਉਹਦੇ ਬੱਚਿਆਂ ਨੂੰ ਵੇਖ ਕੇ ਉਹਨੂੰ ਫੀਸ ਚਾਹੀਦੀ ਹੈ, ਬਾਬਾ ਜੀ ਤੁਸੀਂ ਕਿਤੇ ਜਾਣਾ ਦੱਸੋ, ਇੰਨਾ ਕੁ ਪ੍ਰਬੰਧ ਗੁਰੂ ਘਰ ਦੀ ਗੋਲਕ ਚੋਂ ਗ੍ਰੰਥੀ ਸਿੰਘ ਦਾ ਜਿੱਥੇ ਤਨਖਾਹ ਦੇਣੇ ਦਾ ਵੈਸੇ ਇਹ ਪ੍ਰਬੰਧ ਹੋਣਾ ਚਾਹੀਦਾ। ਮਹਾਰਾਜ ਨੇ ਗ੍ਰੰਥੀ ਸਿੰਘਾਂ ਦਾ, ਰਾਗੀ ਸਿੰਘਾਂ ਦਾ, ਕਵੀਆਂ ਦਾ, ਕਥਾਵਾਚਕਾਂ ਦਾ ਬਹੁਤ ਸਤਿਕਾਰ ਕੀਤਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇਤਿਹਾਸ ਖੋਲ ਕੇ ਕਿਤੇ ਵੇਖਿਓ, ਉਹਦੇ ਕਵੀਆਂ ਨੂੰ ਸੋਨੇ ਨਾਲ ਲੱਦ ਕੇ ਤੋੜ ਦਿੰਦੇ ਹਨ। ਗ੍ਰੰਥੀ ਸਿੰਘ ਦਾ ਸਤਿਕਾਰ ਬੜਾ ਜ਼ਰੂਰੀ ਹੈ। ਮਹਾਰਾਜ ਨੇ ਇਹੀ ਗੱਲ ਕਹੀ, ਇਹਨਾਂ ਦਾ ਵਰਜ ਕੇ ਪ੍ਰਸ਼ਾਦਾ ਛਕਾਉਣਾ ਹੈ। ਸਵੇਰੇ ਕੋਈ ਹੋਰ ਪਰਿਵਾਰ ਛਕਾਏ, ਸ਼ਾਮ ਨੂੰ ਕੋਈ ਹੋਰ, ਇਹਨਾਂ ਦਾ ਵੀ ਸਾਰੀ ਸੇਵਾ ਤੁਸੀਂ ਕਰਨੀ ਹੈ। ਉਹ ਬੜੇ ਪਿਆਰ ਨਾਲ ਜੀ। ਚਲੋ ਜੀ ਭਾਈ ਗੁਰਦਾਸ ਜੀ ਆ ਗਏ ਜੀ ਬਠਿੰਡੇ। ਜਦੋਂ ਆਏ ਨਾ ਉਹਨਾਂ ਨੇ ਧਰਮਸ਼ਾਲਾ 'ਚ ਵਿਚਾਰ ਸ਼ੁਰੂ ਕੀਤੀ ਹੈ। ਉਦੋਂ ਨਾ ਹੁਣ ਗੁਰਦੁਆਰੇ ਬਣ ਗਏ ਜਿਹੜੀਆਂ ਧਰਮਸ਼ਾਲਾਵਾਂ ਸਨ ਪਹਿਲਾਂ, ਜਿੱਥੇ ਧਰਮ ਦ੍ਰਿੜ ਕੀਤਾ ਜਾਂਦਾ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਗਿਆ ਫਿਰ ਗੁਰਦੁਆਰੇ ਬਣ ਗਏ। ਹੁਣ ਅਸੀਂ ਗੁਰਦੁਆਰਾ ਕਹਿੰਦੇ ਆ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਸੋਝੀ ਮਿਲਦੀ ਸਾਨੂੰ ਧਰਮਸ਼ਾਲਾ 'ਚ ਬੈਠ ਕੇ ਗੁਰੂ ਸਾਹਿਬ ਦੇ ਦਰਸ਼ਨ ਕੀਤਿਆਂ ਗਿਆਨ ਪ੍ਰਾਪਤ ਹੁੰਦਾ ਹੈ। ਉਹ ਭਾਈ ਸਾਹਿਬ ਜੀ ਨੇ ਵਿਚਾਰ ਚੱਲਦੀ ਰਹੀ ਜੀ, ਤੇ ਇੱਕ ਪਰਿਵਾਰ ਰੋਜ਼ ਕਥਾ ਸੁਣਦਾ ਹੁੰਦਾ ਹੈ। ਉਹਨਾਂ ਨੇ ਪ੍ਰਸ਼ਾਦਾ ਵਰਤ ਲਿਆ ਭਾਈ ਸਾਹਿਬ ਦਾ। ਭਾਈ ਸਾਹਿਬ ਜੀ ਪ੍ਰਸ਼ਾਦਾ ਸਾਡੇ ਘਰੋਂ ਛਕਿਓ। ਉਹ ਭਾਈ ਸਾਹਿਬ ਜੀ ਆਏ, ਉਹਨਾਂ ਨੇ ਗਵਾਂਢੀਆਂ ਨੂੰ ਵੀ ਸੱਦ ਲਿਆ। ਗਵਾਂਢੀ ਸੀ ਹਿੰਦੂ ਪਰਿਵਾਰ। ਉਹ ਇੱਕ ਬੀਬੀ ਹੈ ਮਾਈ ਭਿੱਖਾ, ਇਹਨੂੰ ਅੱਖਾਂ ਤੋਂ ਨਹੀਂ ਦਿਸਦਾ ਹੈ। ਜਿਵੇਂ ਹੁਣ ਕਿਸੇ ਨੂੰ ਸ਼ੂਗਰ ਹੈ ਨਾ, ਤੇ ਉਹ ਕਈਆਂ ਦੀ ਅੱਖਾਂ ਨਿਗਾਹ ਤੇ ਅਸਰ ਪਾ ਜਾਂਦੀ ਹੈ। ਬਿਮਾਰੀ ਜਿਹੜੀ ਬਿਮਾਰੀ ਕੋਈ ਹੋਰ ਹੈ, ਕਈ ਵਾਰੀ ਸਰੀਰ ਦਾ ਉਹ ਨੁਕਸਾਨ ਕਰ ਜਾਂਦੀ, ਕਿਸੇ ਅੰਗ ਤੇ ਭਾਰੀ ਪੈ ਜਾਂਦੀ ਹੈ। ਉਹਨਾਂ ਨੂੰ ਵੀ ਸੱਦ ਲਿਆ ਵੀ ਭਾਈ ਸਾਹਿਬ ਨੇ ਪ੍ਰਸ਼ਾਦਾ ਛਕਣਾ, ਤੁਸੀਂ ਵੀ ਆ ਜਾਓ ਕਦੇ, ਤੁਸੀਂ ਵੀ ਸਾਡੇ ਕੋਲੋਂ ਛਕਿਓ। ਉਹ ਆਇਆ ਜੀ, ਭਾਈ ਸੰਤੋਖਾ ਸੀ ਉਹ ਭਾਈ ਸਾਹਿਬ ਦਾ ਨਾਮ, ਉਹਦੀ ਘਰ ਵਾਲੀ ਭਿੱਖਾ। ਉਹਨਾਂ ਨੇ ਪ੍ਰਸ਼ਾਦਾ ਛਕਿਆ ਤੇ ਉਹ ਜਦੋਂ ਆਏ ਨਾ, ਉਹਨਾਂ ਨੂੰ ਬੜਾ ਚੰਗਾ ਲੱਗਾ ਵੀ ਇਹਨਾਂ ਨੇ ਗੁਰਸਿੱਖ ਦੀ ਸੇਵਾ ਕੀਤੀ ਹੈ। ਤੇ ਉਹ ਜਿਹੜਾ ਸਿੱਖ ਪਰਿਵਾਰ ਸੀ ਨਾ, ਉਹ ਕਹਿੰਦਾ ਤੁਸੀਂ ਵੀ ਕਥਾ ਸੁਣਨ ਜਾਇਆ ਕਰੋ। ਵੀ ਭਾਈ ਸਾਹਿਬ ਜੀ ਕਥਾ ਕਰਦੇ ਨੇ ਧਰਮਸ਼ਾਲਾ 'ਚ, ਤੁਸੀਂ ਕਦੇ ਗਏ ਨਹੀਂ, ਤੇ ਕੱਲ ਨੂੰ ਭਾਈ ਸਾਹਿਬ ਨੇ ਫਿਰ ਕਥਾ ਕਰਨੀ, ਤੁਸੀਂ ਵੀ ਸੁਣਿਓ। ਕਹਿੰਦੇ ਜੀ ਠੀਕ ਹੈ। ਉਹ ਭਾਈ ਸਾਹਿਬ ਜੀ ਨੇ 4 ਬਾਣੀਆਂ ਦੀ ਕਥਾ ਕਰ ਦਿੱਤੀ ਸੀ। ਜਪਜੀ ਸਾਹਿਬ ਜੀ ਦੀ, ਜਾਪ ਸਾਹਿਬ ਦੀ, ਸਵਈਏ, ਚੌਪਈ ਸਾਹਿਬ, ਆਨੰਦ ਸਾਹਿਬ ਦੀ ਕਥਾ ਸ਼ੁਰੂ ਹੋਣੀ ਹੈ। ਉਹ ਅਗਲੇ ਦਿਨ ਸਿੱਖ ਪਰਿਵਾਰ ਨੇ ਆਵਾਜ਼ ਮਾਰੀ, ਗੁਰਮੁਖ ਹੋਏ ਹਰੇਕ ਸਿੱਖ ਦੇ ਅੰਦਰ ਭਾਵਨਾ ਹੋਣੀ ਚਾਹੀਦੀ ਹੈ, ਆਪ ਜੁੜੇ ਆ, ਦੂਸਰੇ ਨੂੰ ਜੋੜਨ ਦਾ ਯਤਨ ਕਰਨਾ ਚਾਹੀਦਾ ਹੈ। ਮਹਾਰਾਜ ਕਹਿੰਦੇ ਮੈਂ ਉਹਦੇ ਚਰਨਾਂ ਦੀ ਧੂੜ ਮੰਗਦਾ ਜਿਹੜਾ ਆਹ ਕਾਰਜ ਕਰਦਾ ਹੈ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰੇ ਨਾਮ ਜਪਾਵੇ। ਅਸੀਂ ਬਚਨ ਪੜ੍ਹਦੇ, ਜੋ ਦੀਸੈ ਗੁਰ ਸਿੱਖੜਾ ਤਿਸ ਨਿਭ ਨਿਭ ਲਾਗੂ ਪਾਏ ਜਿਉ। ਜਿਹੜਾ ਆਪ ਜਪਦੇ, ਬਾਣੀ ਪੜ੍ਹਦੇ, ਵਿਚਾਰ ਕਰਦੇ, ਗੁਆਂਢੀਆਂ ਨੂੰ ਵੀ ਪ੍ਰੇਰਨਾ ਕਰਦੇ। ਗੱਡੀ 'ਚ ਬੈਠਾ, ਆਓ ਭਾਈ ਗੁਰਦੁਆਰੇ ਚੱਲੀਏ, ਸਭ ਤੋਂ ਵੱਡੀ ਸੇਵਾ ਹੈ। ਆਪ ਜਪੇ, ਦੂਸਰਿਆਂ ਨੂੰ ਪ੍ਰੇਰਨਾ ਕਰੇ ਭਾਈ ਜਪਣਾ। ਉਹ ਭਾਈ ਸਾਹਿਬ ਜੀ, ਉਹਨਾਂ ਦਾ ਮਨ ਬਣਿਆ ਵੀ ਸਵੇਰੇ ਕਥਾ ਸੁਣਾਂਗੇ। ਗੁਆਂਢੀਆਂ ਨੇ ਆਵਾਜ਼ ਮਾਰਨੀ, ਚਲੋ ਭਾਈ। ਉਹ ਆਏ ਜੀ। ਪਹਿਲੇ ਦਿਨ ਆਨੰਦ ਸਾਹਿਬ ਦੀ ਬਾਣੀ ਦੀ ਵਿਚਾਰ ਸ਼ੁਰੂ ਹੋਈ ਵੀ ਇਹ ਮਨ ਮੇਰਿਆ
ਤੂੰ ਸਦਾ ਰਹੋ ਹਰ ਨਾਲੇ। ਜਾਂ ਸ਼ੁਰੂ ਤੋਂ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ। ਪਾਏ ਨਾ ਪੰਕਤੀਆਂ ਦੀ ਵਿਚਾਰ ਉਹ ਅਗਲਾ ਬੰਦ ਆ ਗਿਆ ਜੀ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਵੀ ਸੱਚੇ ਪਾਤਸ਼ਾਹ ਤੇਰੇ ਘਰ ਕੀ ਨਹੀਂ ਹੈ। ਇੱਥੇ ਯਮਕੀ ਲੱਗਦੀ ਜਦੋਂ ਸੰਥਿਆ ਕੀਤੀ, ਉਸਤਾਦ ਜੀ ਨੇ ਕਿਹਾ ਸੀ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਵੀ ਤੇਰੇ ਘਰ ਕੀ ਨਹੀਂ ਹੈ। ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇਹ ਸੋ। ਭਾਈ ਸਾਹਿਬ ਨੇ ਬੜੀ ਖੁੱਲ ਕੇ ਵਿਚਾਰ ਕੀਤੀ, ਭਾਈ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ, ਦਿੰਦੇ ਟੋਟ ਨਾ ਆਵੇ ਗੰਤ ਭਰੇ ਭੰਡਾਰ। ਹਰ ਕੀ ਤੁਮ ਸੇਵਾ ਕਰੋ ਦੂਜੀ ਸੇਵਾ ਕਰੋ ਨਾ ਕੋਏ ਜੀ, ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਏ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਨ ਨਾ ਜਾਈ ਤ੍ਰਿਸ਼ਨਾ ਰਾਚ ਨਾ ਪਾਰ ਘਰ ਜਾਵਾ, ਤ੍ਰਿਸ਼ਨਾ ਨਾਮ ਸਿੱਖ ਹੋ ਕੇ ਨਾ ਪਾਲ ਘਰ ਨਾ ਜਾਇਓ। ਜੋ ਮੰਗਣਾ ਆਪਣੇ ਗੁਰੂ ਸਾਹਿਬ ਤੋਂ ਮੰਗੋ। ਭਾਈ ਸਾਹਿਬ ਨੇ ਕਿਹਾ ਰੱਬ ਦੇ ਘਰ ਸਭ ਕੁਝ ਹੈ, ਮੰਗੋ ਉੱਥੋਂ ਜਿੱਥੇ ਸਭ ਕੁਝ ਹੈ। ਕਈ ਵਾਰੀ ਐਸਾ ਹੁੰਦਾ ਜਿਹੜੀ ਚੀਜ਼ ਦੀ ਮੈਨੂੰ ਲੋੜ ਹੈ ਕਿਸੇ ਤੋਂ ਮੰਗਾ, ਕੀ ਪਤਾ ਉਹਦੇ ਕੋਲ ਹੈਗੀ ਹੈ ਕਿ ਨਹੀਂ। ਮੰਗੀਏ ਉੱਥੋਂ ਜਿਹਦੇ ਕੋਲ ਸਭ ਕੁਝ ਹੈ, ਔਰ ਮੰਗੀਏ ਉੱਥੋਂ ਜਿਹਨੂੰ ਸਾਡੇ ਤੋਂ ਤਿਲ ਜਿੰਨਾ ਤਮਾ ਵੀ ਨਹੀਂ ਹੈ। ਜੇ ਉਹ ਦੇਗਾ ਤੇ ਫਿਰ ਮੰਗੇਗਾ ਵੀ ਬਿਲਕੁਲ ਨਹੀਂ। ਜਾਂ ਆਖੇ ਕਹਿੰਦੇ ਪੈਸੇ ਤਾਰੋ, ਫਿਰ ਮੰਗੀਏ ਵੀ ਉੱਥੋਂ ਨਾ ਜਿਹੜਾ ਉਹ ਦੇ ਕੇ ਭੁੱਲ ਜਾਂਦਾ ਹੈ। ਕੱਲ ਮੰਗਿਆ, ਅੱਜ ਗੁਰੂ ਸਾਹਿਬ ਤੋਂ ਫਿਰ ਮੰਗਿਆ, ਕੱਲ ਵਾਲੀ ਗੱਲ ਗੁਰੂ ਅੱਜ ਨਹੀਂ ਯਾਦ ਕਰਾਏਗਾ। ਕੱਲ ਮੰਗਿਆ ਅੱਜ ਫੇਰ ਆ ਗਏ। ਗੁਰੂ ਸਾਹਿਬ ਜੀ ਇਹ ਨਹੀਂ ਕਹਿ ਕੇ ਹਜੇ ਤੂੰ ਕੱਲ ਤੇ ਆ ਲੈ ਕੇ ਗਿਆ। ਤੁਸੀਂ ਕਿਸੇ ਤੋਂ 2 ਦਿਨ ਗੱਡੀ ਮੰਗ ਲਓ, ਕਹਿੰਦੇ ਭਾਈ ਸਾਹਿਬ ਜੀ ਕੱਲ ਦੇਤੀ ਅੱਜ ਦੇਤੀ, ਹੁਣ ਨਹੀਂ ਰੋਜ਼ ਨਹੀਂ ਇਹ ਗੱਲ ਚੱਲਣੀ। ਗੁਰੂ ਤੋਂ ਮੰਗੋ ਜਿਹੜਾ ਉਹ ਰੋਜ਼ ਮੰਗਿਆ ਦਿੰਦੇ, ਔਰ ਸਾਡੇ ਤੋਂ ਕੋਈ ਉਹਨੂੰ ਤਮਾ ਵੀ ਨਹੀਂ ਹੈ ਵੀ ਇਹਨੂੰ ਆਹ ਕੁਝ ਦਿੱਤਾ ਹੁਣ ਗੁਰੂ ਸਾਹਿਬ ਸਾਡੇ ਤੋਂ ਕੋਈ ਝਾਕ ਰੱਖਦੇ ਹੁਣ ਵੀ ਇਹ ਵੀ ਸਾਨੂੰ ਦੇਣਗੇ, ਨਾ ਬਿਲਕੁਲ ਨਹੀਂ। ਉਹ ਜਦੋਂ ਕਥਾ ਹੋਈ ਨਾ ਤੇ ਉਹਨਾਂ ਦੇ ਘਰੇ ਔਲਾਦ ਕੋਈ ਨਹੀਂ ਸੀ। ਭਿੱਖਾ ਤੇ ਭਾਈ ਸੰਤੋਖਾ, ਬੱਚਾ ਕੋਈ ਨਹੀਂ। ਉਹਨਾਂ ਨੇ ਪੰਕਤੀਆਂ ਸੁਣੀਆਂ ਤੇ ਉਹ ਜਦੋਂ ਵਾਪਸ ਚੱਲੇ ਨਾ, ਉਹ ਸਿੱਖ ਪਰਿਵਾਰ ਨੂੰ ਪੁੱਛਦੇ ਆ, ਭਾਈ ਸਾਹਿਬ ਨੇ ਕਥਾ ਕੀਤੀ ਰੱਬ ਦੇ ਘਰ ਸਭ ਕੁਝ ਹੈ, ਤੇ ਸਿੱਖ ਨੂੰ ਕਹਿੰਦੇ ਵੀ ਸਿੱਖਾ ਸਾਡੇ ਘਰੇ ਔਲਾਦ ਕੋਈ ਨਹੀਂ ਹੈ, ਤੇ ਅਸੀਂ ਤੇ ਕੋਈ ਦਰ ਘਰ ਛੱਡਿਆ ਨਹੀਂ ਹੈ, ਤੇ ਸਾਡੇ ਬਖਸ਼ਿਸ਼ ਵਰਤ ਸਕਦੀ ਹੈ ਵੀ ਜੇ ਰੱਬ ਤੋਂ ਅਸੀਂ ਮੰਗੀਏ। ਅਸੀਂ ਤੇ ਹੋਰ ਨਾ ਥਾਵਾਂ ਤੇ ਜਾਂਦੇ ਰਹੇ ਨਾ, ਉਹ ਜਾਂਦੇ ਸੀ ਕਦੇ ਕਿਤੇ ਕਦੇ ਕਿਤੇ ਕਦੀ ਕਿਤੇ। ਉਹ ਸਿੱਖ ਪਰਿਵਾਰ ਪਤਾ ਕੀ ਕਹਿੰਦਾ, ਤੁਸੀਂ ਨਾ ਕਿਸੇ ਦਿਨ ਭਾਈ ਸਾਹਿਬ ਦਾ ਪ੍ਰਸ਼ਾਦਾ ਵਰਜੋ, ਭਾਈ ਸਾਹਿਬ ਜੀ ਤੁਹਾਡੇ ਘਰੇ ਆਉਣਗੇ, ਸਾਡੀ ਗੱਲ ਉੱਥੇ ਕਰਾਂਗੇ। ਉਹਨਾਂ ਨੇ ਨਾ ਅਗਲੇ ਦਿਨ ਜਾ ਕੇ ਬੇਨਤੀ ਕੀਤੀ ਸਿੱਖ ਪਰਿਵਾਰ ਨੇ, ਉਹ ਭਾਈ ਸੰਤੋਖੇ ਤੇ ਭਿੱਖਾਵਾ ਤੇ ਕਹਿੰਦੇ ਜੀ ਇਹ ਹਿੰਦੂ ਪਰਿਵਾਰ ਹੈ, ਭਾਈ ਸਾਹਿਬ ਜੀ ਤੁਹਾਨੂੰ ਪ੍ਰਸ਼ਾਦਾ ਛਕਾਉਣਾ ਚਾਹੁੰਦੇ ਇੱਕ ਡੰਗ ਦਾ। ਭਾਈ ਸਾਹਿਬ ਜੀ ਹੱਸ ਪਏ, ਕਹਿੰਦੇ ਛਕਾਂਗੇ ਜ਼ਰੂਰ ਭਾਈ, ਤਿਆਰ ਕੱਲ ਸ਼ਾਮ ਦਾ ਪ੍ਰਸ਼ਾਦਾ ਤੁਹਾਡੇ ਘਰੋਂ ਛਕਾਂਗੇ। ਉਹ ਆ ਗਏ, ਭਾਈ ਗੁਰਦਾਸ ਜੀ ਪ੍ਰਸ਼ਾਦਾ ਛਕਿਆ ਜੀ। ਉਹ ਭਿੱਖਾ ਨੂੰ ਦਿਸਦਾ ਨਹੀਂ ਸੀ, ਉਹ ਚੌਂਤਰੇ 'ਚ ਬੈਠੀ ਪਕਾ ਰਹੀ ਹੈ, ਭਾਈ ਸੰਤੋਖਾ ਛਕਾ ਰਿਹਾ, ਉਹ ਸਿੱਖ ਪਰਿਵਾਰ ਵੀ ਬੈਠਾ, ਭਾਈ ਗੁਰਦਾਸ ਜੀ ਵੀ ਬੈਠੇ ਆ। ਜਦੋਂ ਭਾਈ ਸਾਹਿਬ ਨੇ ਪ੍ਰਸ਼ਾਦਾ ਛਕ ਲਿਆ ਨਾ, ਅਰਦਾਸ ਕਰਨ ਲੱਗੇ ਤੇ ਭਾਈ ਸਾਹਿਬ ਨੇ ਉਹਨਾਂ ਦੀ ਉਮਰ ਵੇਖ ਕੇ ਪੁੱਛ ਲਿਆ ਵੀ ਤੁਹਾਡੇ ਬੱਚੇ ਜਾਂ ਪੋਤਰੇ ਪੋਤਰੀਆਂ ਕਿੱਥੇ ਹੈ। ਉਮਰ ਵੇਖ ਕੇ ਆਪਾਂ ਕਈ ਵਾਰੀ ਨਾ ਜਾਮਨੀ ਸਾਹਿਬ ਦਾਸ ਨੂੰ ਬਹੁਤ ਸਰੀਰ ਮਿਲਦੇ ਆ ਤੇ ਸਾਂਝ ਉੱਥੇ ਹੀ ਹੈ, ਤੇ ਪੁੱਛ ਲਈਦਾ ਭਾਈ ਸਾਹਿਬ ਜੀ ਪਰਿਵਾਰ ਚੜ੍ਹਦੀ ਕਲਾ, ਜਿਹਦੇ ਬਾਰੇ ਪਤਾ ਨਹੀਂ ਹੁੰਦਾ ਵੀ ਇਹਦਾ ਕਿੰਨਾ ਕੁ ਪਰਿਵਾਰ ਹੈ। ਸਹਿਜ ਸੁਭਾਅ ਪੁੱਛਦੇ ਇੱਕ ਦੂਸਰੇ ਨੂੰ, ਰਾਹ ਗਾਹੇ ਬਗਾਹੇ ਕਰਦਿਆਂ ਕਿਸੇ ਨਾਲ ਸਾਡੀ ਸਾਂਝ ਹੋ ਗਈ, ਅਸੀਂ ਪੁੱਛਦੇ ਭਾਈ ਸਾਹਿਬ ਜੀ ਪਰਿਵਾਰ ਹੋਰ ਚੜ੍ਹਦੀ ਕਲਾ ਹੈ। ਉਹ ਭਾਈ ਸਾਹਿਬ ਨੇ ਇਸੇ ਹਿਸਾਬ ਨਾਲ ਹੀ ਪੁੱਛ ਲਿਆ, ਭਾਈ ਤੁਹਾਡੇ ਪੋਤਰੇ ਪੋਤਰੀਆਂ, ਉਹਨਾਂ ਦੀ ਉਮਰ ਵੇਖ ਕੇ ਉਹ ਅੱਖਾਂ ਭਰ ਰਹੇ ਦੋਵੇਂ ਜੀ, ਕਹਿੰਦੇ ਜੀ ਪੋਤਰੇ ਪੋਤਰੀਆਂ ਕਿੱਥੋਂ ਹੋਣੇ ਸੀ, ਸਾਨੂੰ ਕੋਈ ਧੀ ਪੁੱਤ ਦੀ ਦਾਤ ਨਹੀਂ ਮਿਲੀ ਹੈ। ਉਹਨਾਂ ਨੇ ਜਿਹੜੀ ਬੇਨਤੀ ਭਾਈ ਸਾਹਿਬ ਜੀ ਨੂੰ ਕਿਹਾ ਵੀ ਸਾਡੇ ਘਰੇ ਕੋਈ ਔਲਾਦ ਨਹੀਂ ਹੋਈ, ਤੇ ਭਾਈ ਸਾਹਿਬ ਜੀ ਦੇ ਅਗਲੇ ਕੋਲ ਕਹਿੰਦੇ ਕਦੇ ਗੁਰੂ ਘਰ ਗਏ ਇਸ ਤੋਂ ਪਹਿਲਾਂ, ਕਹਿੰਦੇ ਜੀ ਨਹੀਂ, ਵੈਸੇ ਸਾਨੂੰ ਸੱਚ ਬੋਲਣਾ ਚਾਹੀਦਾ। ਉਹਨਾਂ ਨੇ ਫਿਰ ਦੱਸਿਆ, ਕਹਿੰਦੇ ਜੀ ਕੋਈ ਦਰ ਘਰ ਅਸੀਂ ਛੱਡਿਆ ਕੋਈ ਨਹੀਂ ਹੈ ਜਿੱਥੇ ਨਾ ਗਏ ਹੋਈਏ, ਪਰ ਸਾਨੂੰ ਇਹ ਦਾਤ ਮਿਲੀ ਕਿਤਿਓਂ ਵੀ ਨਹੀਂ ਹੈ। ਸੱਚ ਬੋਲਿਆ ਭਾਈ ਸਾਹਿਬ ਦੇ ਸਾਹਮਣੇ। ਉਹ ਭਾਈ ਸਾਹਿਬ ਜੀ ਕਹਿੰਦੇ ਜਿੱਥੋਂ ਮਿਲਣੀ ਸੀ ਉੱਥੇ ਤੇ ਤੁਸੀਂ ਗਏ ਹੀ ਨਹੀਂ, ਜਿੱਥੇ ਬਖਸ਼ਿਸ਼ ਵਰਤਣੀ ਸੀ ਨਾ ਉੱਥੇ ਤੁਸੀਂ ਗਏ ਨਹੀਂ। ਜਾਓ, 10ਵੇਂ ਪਾਤਸ਼ਾਹ ਜੀ ਬੈਠੇ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ, ਜਾਓ ਜਾ ਕੇ ਤਰਲਾ ਲਓ, ਗੁਰੂ ਸਾਹਿਬ ਜੀ ਕਿਰਪਾ ਕਰਨਗੇ। ਉਹਨਾਂ ਦਾ ਵਿਸ਼ਵਾਸ ਵੱਧ ਗਿਆ। ਗੁਰਮੁਖ ਪਿਆਰੋ, ਦਾਤ ਉਦੋਂ ਮਿਲਦੀ ਜਦੋਂ ਵਿਸ਼ਵਾਸ ਬਣਦਾ ਹੈ। ਬਹੁਤੇ ਮੈਂ ਜਾਮਨੀ ਸਾਹਿਬ ਦੀ ਬੇਨਤੀ ਕਰਦਾ, ਕਈ ਕਹਿੰਦੇ ਬਾਬਾ ਜੀ ਅਰਦਾਸ ਕਰਦੇ ਹੋ, ਅਸੀਂ ਕਿਹਾ ਅਰਦਾਸ ਕਰਵਾ ਕੇ ਵੇਖ ਲੈਂਦੇ ਆ। ਮੈਂ ਕਿਹਾ ਅਰਦਾਸ ਕਰਵਾ ਕੇ ਵੇਖਣਾ ਕੀ, ਅਰਦਾਸ ਕਰਾ ਕੇ ਕਹੋ ਮਿਲ ਜਾਣਾ, ਅਰਦਾਸ ਕਰ ਦਿੱਤੀ ਹੈ। ਵਿਸ਼ਵਾਸ ਹੋਣਾ ਚਾਹੀਦਾ ਅੰਦਰ। ਉਹ ਇੱਕ ਬੱਚਾ ਗੁਰੂ ਅੰਗਦ ਸਾਹਿਬ ਦੇ ਸਮੇਂ ਨਾ 12 ਸਾਲ ਹੋ ਗਏ ਬਾਰਿਸ਼ ਨਹੀਂ ਪਈ, ਪਸ਼ੂ ਪੰਛੀ ਮਰਨ ਲੱਗੇ, ਉਹ ਔੜ ਲੱਗੀ ਤੇ ਸਾਰੇ ਖਹਿਰੇ ਜੱਟ ਮਹਾਰਾਜ ਗੁਰੂ ਅੰਗਦ ਸਾਹਿਬ ਕੋਲ ਗਏ, ਕਹਿੰਦੇ ਮਹਾਰਾਜ ਤੁਸੀਂ ਅਰਦਾਸ ਕਰੋ। ਤੇ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਨਾ ਬਾਹਰ ਪੈਲੀ 'ਚ ਹੀ ਲੈ ਕੇ ਆਓ।
ਮਹਾਰਾਜ ਤੁਰੇ ਆਉਂਦੇ ਨੇ ਨਾਲ ਬਾਬਾ ਬੁੱਢਾ ਜੀ ਹੋਰ ਸਿੰਘ, ਇੱਕ ਬੱਚਾ ਤੁਰਿਆ ਆਉਂਦਾ, ਉਹਨੇ ਨਾ ਇੱਕ ਬੋਰੀ ਲਈ ਆਪਣੇ ਸਿਰ ਦੇ ਉੱਪਰ, ਤੇ ਮਹਾਰਾਜ ਵੇਖ ਕੇ ਕਹਿੰਦੇ ਪੁੱਤਰ ਤੂੰ ਗਰਮੀ ਬੜੀ ਬੁਰੀ, ਕਹਿੰਦਾ ਗੁਰੂ ਸਾਹਿਬ ਜੀ ਤੁਹਾਨੂੰ ਅਰਦਾਸ ਕਰਨ ਲਈ ਅੱਜ ਸੱਦਿਆ ਸੀ ਸਾਡੇ ਵੀ ਪਿਤਾ ਜੀ ਉਹਨਾਂ ਨੇ, ਤੇ ਤੁਸੀਂ ਅਰਦਾਸ ਕਰਨੀ ਹੈ, ਤੇ ਮੈਂ ਘਰੋਂ ਕੱਪੜਾ ਲੈ ਕੇ ਆਇਆ ਵੀ ਤੁਹਾਡੀ ਅਰਦਾਸ ਨਾਲ ਮੀਂਹ ਪੈ ਜਾਣਾ, ਤੇ ਜਦੋਂ ਜਾਵਾਂਗਾ ਕਿਤੇ ਕੇਸ ਨਾ ਗਿੱਲੇ ਹੋ ਜਾਣ ਵੀ ਬਾਰਿਸ਼ 'ਚ ਐਵੇਂ ਜਾਣਾ ਪਏਗਾ। ਗੁਰੂ ਅੰਗਦ ਸਾਹਿਬ ਕਹਿੰਦੇ ਅਰਦਾਸ ਕਰਨੀ ਜੇ ਨਾ ਇੰਨਾ ਵਿਸ਼ਵਾਸ ਲੈ ਕੇ ਕਰਿਓ ਵੀ ਅਸੀਂ ਅਰਦਾਸ ਕਰਨ ਲੱਗੇ ਅਰਦਾਸ ਪੂਰੀ ਹੋ ਜਾਣੀ ਹੈ, ਐਸ ਵਿਸ਼ਵਾਸ ਨਾਲ ਅਰਦਾਸ ਕਰਨੀ ਹੈ। ਉਹ ਚਲੋ ਫਿਰ ਮੀਂਹ ਪਿਆ ਵੀ ਜੀ, ਉਹ ਤਬੇ ਨੇ ਇੱਕ ਵਾਰੀ ਕੱਢ ਦਿੱਤਾ ਸੀ ਮਹਾਰਾਜ ਨੂੰ, ਕਹਿੰਦੇ ਜੀ ਗ੍ਰਸਤੀ ਗੁਰੂ ਨਹੀਂ ਹੋ ਸਕਦਾ। ਫਿਰ ਸਾਰੇ ਜਿਹੜੇ ਜੱਟ ਗੁਰੂ ਸਾਹਿਬ ਦੇ ਚਰਨਾਂ 'ਚ ਡਿੱਗੇ, ਕਹਿੰਦੇ ਮਹਾਰਾਜ ਸਾਨੂੰ ਮਾਫ ਕਰਿਓ। ਉਹ ਫਿਰ ਤਬੇ ਨੂੰ ਉਹਨਾਂ ਨੇ ਮਾਰਿਆ। ਚਲੋ ਇਤਿਹਾਸ ਥੋੜਾ ਜਿਹਾ ਲਵੇਰਾ ਉਸ ਪਾਸੇ। ਹੁਣ ਇਹਨਾਂ ਦਾ ਵਿਸ਼ਵਾਸ ਵੱਧ ਗਿਆ ਵੀ ਸਾਨੂੰ ਮਿਲੇਗਾ। ਭਾਈ ਸਾਹਿਬ ਨੇ ਵਿਸ਼ਵਾਸ ਬਣਾ ਦਿੱਤਾ ਵੀ ਤੁਹਾਨੂੰ ਮਿਲੇਗਾ। ਇਹ ਚਲੇ ਗਏ ਜੀ, ਭਾਈ ਸਾਹਿਬ ਜੀ ਅਜੇ ਬਠਿੰਡੇ ਹੀ ਹੈ। ਇਹਨਾਂ ਨੇ ਸਮਾਨ ਬੰਨਿਆ ਭਿੱਖਾ, ਤੇ ਉਹ ਭਾਈ ਸੰਤੋਖਾ ਜੀ ਇਹ ਅਨੰਦਪੁਰ ਸਾਹਿਬ ਦੇ ਅੰਦਰ ਪ੍ਰਵੇਸ਼ ਕਰਦੇ ਆ। ਉਹ ਦੱਸਿਆ ਸੀ ਵੀ ਮਹਾਰਾਜ ਥੋੜਾ ਜਿਹਾ ਬਾਹਰ ਵੀ ਰਹਿੰਦੇ ਆ, ਪਤਾ ਕਰ ਲਿਓ ਜੀ ਉੱਥੇ ਹੋਏ ਤੇ ਫਿਰ ਅਰਦਾਸ ਕਰਿਓ। ਇੱਕ ਘੋੜੇ ਵਾਲਾ ਨਾ ਸਿੰਘ ਅਗਵਾ ਰਿਹਾ, ਹੁਣ ਭਿੱਖਾ ਨੂੰ ਦਿਸਦਾ ਨਹੀਂ ਸੀ, ਉਹਦੇ ਕੰਨਾਂ 'ਚ ਆਵਾਜ਼ ਸੁਣੀ ਵੀ ਕੋਈ ਅੱਗੇ ਆ ਰਿਹਾ। ਉਹ ਭਾਈ ਸੰਤੋਖੇ ਨੂੰ ਕਹਿੰਦੀ ਵੀ ਘੋੜੇ ਤੇ ਕੋਈ ਆ ਰਿਹਾ, ਗੁਰੂ ਸਾਹਿਬ ਤੇ ਨਹੀਂ। ਉਹ ਵੇਖ ਕੇ ਕਹਿੰਦਾ ਨਹੀਂ ਕਲਗੀ ਨਹੀਂ ਲੱਗੀ ਹੈ। ਉਹ ਭਾਈ ਸਾਹਿਬ ਜੀ ਕਹਿੰਦੇ ਸਾਨੂੰ ਫੌਜ ਲੈ ਕੇ ਮਹਾਰਾਜ ਨਿਕਲਦੇ, ਸਿੰਘ ਕਾਫੀ ਹੁੰਦੇ ਆ, ਕੋਈ ਸਿੱਖ ਲੱਗ ਰਿਹਾ। ਭਿੱਖਾ ਕਹਿੰਦੀ ਜੀ ਰੋਕੀਏ, ਪੁੱਛੀਏ ਗੁਰੂ ਸਾਹਿਬ ਜੀ ਇੱਥੇ ਹੀ ਹੈ। ਉਹ ਸਿੱਖ ਨੂੰ ਰੋਕਿਆ ਹੱਥ ਦੇ ਕੇ, ਘੋੜੇ ਤੇ ਕਿਤੇ ਜਾ ਰਿਹਾ ਹੈ। ਕਹਿੰਦੇ ਭਾਈ ਸਾਹਿਬ ਜੀ ਬਠਿੰਡੇ ਤੋਂ ਆਏ ਹਾਂ, ਗੁਰੂ ਗੋਬਿੰਦ ਸਿੰਘ ਸਾਹਿਬ ਇੱਥੇ ਹੀ ਹੈ, ਦਰਸ਼ਨ ਕਰਨੇ ਆ। ਉਹ ਗੁਰਸਿੱਖ ਕਹਿੰਦਾ ਹਾਂ ਜੀ ਇੱਥੇ ਹੀ ਹੈ, ਦੀਵਾਨ ਸੱਜਿਆ ਜਾ ਕੇ ਦਰਸ਼ਨ ਕਰੋ। ਉਹ ਅੱਗੋਂ ਨਾ ਭਿੱਖਾ ਹੱਥ ਜੋੜ ਕੇ ਕਹਿੰਦੀ ਸਿੱਖਾ ਅਸੀਂ ਅਰਦਾਸ ਕਰਨਾ ਹੈ ਬੜੀ ਦੂਰੋਂ, ਔਰ ਬੜੇ ਵਿਸ਼ਵਾਸ ਨਾਲ ਆਏ ਆ, ਦਾਤ ਵੀ ਬਹੁਤ ਵੱਡੀ ਹੈ। ਸਾਡੇ ਕੋਲ ਬੱਚੇ ਹੈਗੇ ਨਾ ਗੁਰਮੁਖੋ, ਅਸੀਂ ਕਹਿੰਦੇ ਹਾਂ ਵੀ ਉਹ ਕਈ ਹੁਣ ਪ੍ਰਚਾਰਕ ਕਹਿੰਦੇ ਵੀ ਧੀ ਪੁੱਤ ਦੀ ਅਰਦਾਸ ਅਸੀਂ ਕਰ ਹੀ ਨਹੀਂ ਸਕਦੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ। ਮੈਂ ਕਈ ਵਾਰੀ ਬੇਨਤੀ ਕਰਦਾ ਫਿਰ ਉਹ ਦੱਸ ਦਿਓ ਕਿੱਥੇ ਜਾ ਕੇ ਕਰਿਆ ਕਰਨ, ਉਹ ਵੀ ਟਿਕਾਣਾ ਦੱਸ ਦਿਓ ਨਾ, ਗੁਰੂ ਸਾਹਿਬ ਨੂੰ ਛੱਡ ਕੇ ਕਿੱਥੇ ਕਰਨਾ। ਮੰਗਦੇ ਸਿੱਖ ਗੁਰੂ, ਬੱਚਾ ਮਾਂ ਪਿਓ ਤੋਂ ਨਹੀਂ ਮੰਗੇਗਾ, ਕਿਹਦੇ ਤੋਂ ਮੰਗੇਗਾ? ਮਾਂ ਪਿਓ ਨੂੰ ਛੱਡ ਕੇ ਹੋਰ ਕਿਤੇ ਜਾ ਕੇ ਮੰਗੇਗਾ? ਸਾਡੇ ਮਾਂ ਪਿਓ ਨੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਸਭਨਾ ਕਾ ਮਾਂ ਪਿਓ ਆਪ। ਦੁਨਿਆਵੀ ਮਾਂ ਪਿਓ ਵੀ ਹੋ ਸਕਦਾ ਧੋਖਾ ਕਰਦਾ ਨੇ, ਨਹੀਂ ਜੇ ਕਦੀ ਮਾਂ ਪਿਓ ਧੋਖਾ ਕਰੇਗਾ। ਸੱਚ ਹੈ ਕਿਤੇ ਨਾ ਕਿਤੇ ਮਾਂ ਪਿਓ ਕਈ ਬੱਚਿਆਂ ਨਾਲ ਧੋਖਾ ਕਰਦੇ, ਬੱਚੇ ਮਾਂ ਪਿਓ ਨਾਲ ਕਰ ਜਾਂਦੇ ਆ। ਇੱਧਰ ਰਿਸ਼ਤਾ ਸੱਚਾ ਸੁੱਚਾ ਹੀ ਹੈ ਸਾਡਾ, ਇੱਧਰ ਕੋਈ ਧੋਖਾ ਨਹੀਂ। ਸਾਡੇ ਵੱਲੋਂ ਹੋ ਸਕਦਾ, ਗੁਰੂ ਸਾਹਿਬ ਵੱਲੋਂ ਨਹੀਂ। ਤੂੰ ਮੇਰਾ ਬੰਧਕ ਰਿਸ਼ਤੇਦਾਰ ਵੀ ਇਹੋ ਜਿਹਾ ਨਹੀਂ ਜੇ ਮਿਲਣਾ, ਤੂੰ ਮੇਰਾ ਭਰਾਤਾ ਭਰਾ ਵੀ ਇਹੋ ਜਿਹਾ ਨਹੀਂ ਕਿਤੇ ਮਿਲਣਾ। ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭਉ ਕਿਹਾ ਕਾੜਾ ਜੀਓ। ਰੋਜ਼ ਅਸੀਂ ਬਚਨ ਪੜ੍ਹਦੇ ਨਾ ਅਰਦਾਸ ਤੋਂ ਪਹਿਲਾਂ, ਤੁਮ ਮਾਤ ਪਿਤਾ ਹਾਂ ਮੁਬਾਰਕ। ਵੀ ਮਾਂ ਪਿਓ ਅੱਗੇ ਮੈਂ ਬੇਨਤੀ ਕਰ ਰਿਹਾ, ਹੋਰ ਕਿਸੇ ਅੱਗੇ ਨਹੀਂ। ਮੰਗਣਾ ਵੀ ਮਾਂ ਪਿਓ ਤੋਂ ਚਾਹੀਦਾ, ਚਾਚੇ ਤਾਏ ਕੁਛ ਨਹੀਂ ਜੇ ਦਿੰਦੇ। ਜੇ ਮੰਗ ਵੀ ਲਓ, ਉਹ ਮੇਰਾ ਬੱਚਾ ਨਾ ਨਿੱਕਾ ਜਿਹਾ ਸੀ, ਮੈਨੂੰ ਅਜੇ ਚੇਤੇ, ਕਹਿੰਦਾ ਪਾਪਾ ਮੈਨੂੰ, ਮੈਂ ਕਿਹਾ ਸਾਈਕਲ ਲੈ ਦੇ, ਮੈਂ ਕਿਹਾ ਚਲਾਉਣ ਜੋਗਾ ਨਹੀਂ ਹੈ। ਤੇ ਉਹ ਨਾਨਾ ਜੀ ਉਹਦੇ ਕਹਿੰਦਾ ਨਾਨਾ ਜੀ ਮੈਨੂੰ ਸਾਈਕਲ ਲੈ ਦਿਓ, ਪਾਪਾ ਨਹੀਂ ਲੈ ਕੇ ਦਿੰਦੇ। ਅੱਗੋਂ ਮੇਰੇ ਮੂੰਹ ਤੇ ਨਾਨਾ ਜੀ ਕਹਿੰਦੇ ਆਪਣੇ ਪਾਪੇ ਤੋਂ ਮੰਗੇ ਲੈ ਗਏ। ਉਹਨੂੰ ਪਤਾ ਸੀ ਇਹਦੇ ਚਲਾਉਣ ਜੋਗਾ ਨਹੀਂ ਹੈ। ਬਗਾਨਾ ਵੀ ਕਹਿ ਦਿੰਦਾ ਆਪਦੇ ਤੋਂ ਮੰਗ, ਆਪਦੇ ਤੋਂ। ਇਸ ਤੋਂ ਵੱਡਾ ਸਾਡਾ ਕੋਈ ਰਿਸ਼ਤੇਦਾਰ ਨਹੀਂ, ਜੇ ਮਾਂ ਵੀ ਨੇ ਪਿਓ ਵੀ ਨਹੀਂ ਹੈ। ਬੜੀ ਬਖਸ਼ਿਸ਼ ਵਰਤਦੀ ਜਿਹੜਾ ਜੁੜ ਜਾਂਦਾ ਹੈ ਜੀ। ਹੁਣ ਉਹ ਸਿੱਖ ਕਹਿੰਦੇ ਵੀ ਇਹਨਾਂ ਦੱਸਿਆ ਜੀ ਦਾਤ ਬੜੀ ਵੱਡੀ ਹੈ, ਮੰਗਣ ਵਾਸਤੇ ਗੁਰੂ ਸਾਹਿਬ ਜੀ ਜਾਂਦਿਆਂ ਦੇ ਦੇਣਗੇ। ਜਿਹਦੇ ਕੋਲ ਕੋਈ ਨਈ ਚੀਜ਼ ਨਾ ਉਹ ਐ ਕਹਿੰਦਾ ਵੀ ਜਲਦੀ ਮੈਨੂੰ ਮਿਲ ਦੇ। ਉਹ ਕਹਿੰਦੇ ਅੱਗੋਂ ਜਿਹੜਾ ਸਿੱਖ ਸੀ ਨਾ, ਉਹ ਕਹਿੰਦੇ ਵੀ ਕਦੀ ਸੇਵਾ ਤੇ ਸਿਮਰਨ ਕੀਤਾ ਜੇ, ਬਾਣੀ ਪੜ੍ਹਦੇ ਹੋ? ਕਹਿੰਦੇ ਜੀ ਨਹੀਂ। ਇਹਨਾਂ ਸੱਚ ਬੋਲਿਆ ਜਿੱਥੇ ਬੋਲਿਆ। ਕਹਿੰਦੇ ਜੀ ਨਹੀਂ, ਨਾ ਸੇਵਾ ਨਾ ਸਿਮਰਨ। ਉਹ ਸਿੱਖ ਕਹਿੰਦਾ ਜੇ ਤੁਸੀਂ ਕੀਤੀ ਹੁੰਦੀ ਕਿਤੇ ਹੱਥੀਂ ਸੇਵਾ ਸਿਮਰਨ ਕੀਤਾ ਹੁੰਦਾ, ਬਾਬੇ ਨਾਨਕ ਦਾ ਘਰ ਸੇਵਾ ਤੇ ਸਿਮਰਨ ਤੇ ਤਰੁੱਠਦਾ। ਤੁਸੀਂ ਕਹਿ ਰਹੇ ਹੋ ਦਾਤ ਬਹੁਤ ਵੱਡੀ ਹੈ ਔਰ ਸੇਵਾ ਸਿਮਰਨ ਕੀਤਾ ਨਹੀਂ। ਚਲੋ ਜਾਓ ਅਰਦਾਸ ਤੇ ਕਰੋ, ਗੁਰੂ ਸਾਹਿਬ ਜੀ ਵੇਖਣਗੇ ਕੁਝ ਮਿਲਣਾ ਕਿ ਨਹੀਂ। ਉਹ ਸਿੱਖ ਤੇ ਇੰਨੀ ਕੁ ਗੱਲ ਕਹਿ ਕੇ ਚਲਾ ਗਿਆ। ਤੇ ਹੁਣ ਉਹ ਭਿੱਖਾ ਭਾਈ ਸੰਤੋਖੇ ਨੂੰ ਕਹਿੰਦੀ ਵੀ ਜੇ ਹੁਣ ਚਲੇ ਗਏ ਨਾ, ਅੱਜ ਜਵਾਬ ਮਿਲ ਗਿਆ, ਫਿਰ ਕਿੱਥੇ ਜਾਵਾਂਗੇ? ਹੁਣ ਤੇ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ। ਹੁਣ ਤੇ ਅਵਰ ਨਾ ਸੂਝੇ ਦੂਜੀ ਠਾਹਰ ਹਾਰ ਪਰਿਓ ਤੋ। ਹੁਣ ਤੇ ਹਾਰ ਕੇ ਇੱਥੇ ਆਏ। ਜੇ ਹੁਣ ਸੇਵਾ ਸਿਮਰਨ ਨਹੀਂ ਜਾ ਕੇ ਮੰਗ ਲਿਆ, ਜੇ ਜਵਾਬ ਮਿਲ ਗਿਆ, ਫਿਰ ਕਿੱਥੇ ਜਾਵਾਂਗੇ? ਫਿਰ ਹੁਣ ਕੀ ਕਰੀਏ? ਭਾਈ ਸੰਤੋਖਾ ਕਹਿੰਦੇ, ਘਰ ਵਾਲੀ ਕਹਿੰਦੀ ਆਪਾਂ ਜਾਈਏ ਹੀ ਨਾ ਗੁਰੂ ਸਾਹਿਬ ਕੋਲ, ਪਹਿਲਾਂ ਆਪਾਂ ਕਰੀਏ ਹੀ ਸੇਵਾ ਤੇ ਸਿਮਰਨ, ਮੰਗਾਂਗੇ ਹੀ ਫੇਰ। ਦੁਕਾਨ ਤੇ ਜਾਣਾ ਹੋਵੇ ਨਾ ਤੇ ਜੇਬ ਪਹਿਲਾਂ ਵੇਖ ਲੈਣੀ ਚਾਹੀਦੀ ਹੈ, ਕੀ ਕੁਝ ਜੇਬ ਦੇ ਅੰਦਰ ਮਿਲੇਗਾ ਤਾਂ ਫਿਰ ਹੀ ਕੁਝ ਨਾ, ਤੇ ਜੇਬ 'ਚ ਕੁਝ ਹੈਗਾ। ਰੱਬ ਤੋਂ ਕੁਝ ਲੈਣਾ, ਨਾਮ ਧਨ ਦੀ ਜ਼ਰੂਰਤ ਹੈ, ਦੁਕਾਨ ਤੋਂ ਕੁਝ ਲੈਣਾ, ਜੇਬ 'ਚ ਪੈਸੇ ਹੋਣੇ ਚਾਹੀਦੇ ਆ।
ਉਹ ਵੀ ਜਿਹੜੇ ਖਰੇ ਨੋਟ ਹੋਣੇ ਚਾਹੀਦੇ ਆ, ਨਹੀਂ ਤਾਂ ਤੁਸੀਂ ਉਹ ਖੋਟਾ ਪੈਸੇ ਨਕਲੀ ਲੈ ਕੇ ਜਾਓ, ਚਲਾ ਕੇ ਪੈਰਾਂ 'ਚ ਮਾਰਦੇ ਨੇ। ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਵੀ ਖੋਟੇ ਨੂੰ ਇੱਥੇ ਵੀ ਦਰਗਾਹ ਕੋਲ ਨਹੀਂ, ਦਰਗਾਹ 'ਚ ਵੀ ਢੋਈ ਨਹੀਂ, ਗੁਰੂ ਘਰ ਵੀ ਕੁਰਬਾਨ ਨਹੀਂ ਹੈ। ਜਿਨ ਮਾਨੋ ਹੋਰ ਮੁਖ ਹੋਰ ਸੇ ਕਾਢੇ, ਕਚਿਓ ਕੱਚੇ ਕੱਢੇ ਜਾਂਦੇ, ਉਤੋਂ ਕੁਝ ਹੋਰ ਕਹਿਣਾ ਤੇ ਉਧਰੋਂ ਕੁਝ ਹੋਰ। ਮੁਖ ਤੋਂ ਅਰਦਾਸ ਹੋ ਰਹੀ, ਅੰਦਰ ਤੇ ਭਾਵਨਾ ਹੀ ਨਹੀਂ, ਤਾਂ ਅਰਦਾਸ ਕਿਵੇਂ ਪੂਰੀ ਹੋਏਗੀ? ਅਰਦਾਸ ਕਿਵੇਂ ਪੂਰੀ ਹੋਏਗੀ? ਉਹ ਭਿਖਾ ਕਹਿੰਦੇ ਜੀ ਆਪਾਂ ਪਹਿਲਾਂ ਸੇਵਾ ਸਿਮਰਨ ਕਰ ਲਈ। ਚਲੇ ਗਏ ਜੀ ਲੰਗਰ 'ਚ, ਮਹਾਰਾਜ ਦੀ ਹਜ਼ੂਰੀ 'ਚ ਨਹੀਂ ਗਏ, ਲੰਗਰ 'ਚ ਚਲੇ ਗਏ, ਸੇਵਾ ਕਰਨ ਲੱਗੇ। ਗੁਰੂ ਸਾਹਿਬ ਜੀ ਕਿਤੇ ਹੋਰ ਪਿੰਡ ਚਲੇ ਗਏ, ਇਹਨਾਂ ਨੂੰ ਪਤਾ ਲੱਗਾ ਸੇਵਾ ਕਰਦੇ ਰਹੇ ਲੰਗਰਾਂ 'ਚ। ਹੁਣ ਪਤਾ ਸੇਵਾ ਕੀ ਕਰਦੇ ਆ, ਰਾਤ ਨੂੰ ਇੱਕ ਅੱਧਾ ਬਾਣੀ ਦਾ ਸ਼ਬਦ ਕੰਠ ਕਰਨਾ ਇਹਨਾਂ ਨੇ, ਸਵੇਰੇ ਲੰਗਰ ਖੋਲਣ ਦੇ ਟਾਈਮ ਦਰਵਾਜ਼ੇ ਤੇ ਆ ਜਾਣਾ। ਉਹ ਜਿਹੜਾ ਸ਼ਬਦ ਰਾਤ ਕੰਠ ਕੀਤਾ ਸੀ, ਉਹ ਸੰਗਤ ਨੂੰ ਕੰਠ ਕਰਵਾਉਣਾ ਪਿੱਛੇ ਪਿੱਛੇ, ਵਾਹਿਗੁਰੂ ਵਾਹਿਗੁਰੂ ਅੱਗੇ ਤੇ ਆਪਣਾ ਸੰਗਤ ਨੂੰ ਕਹਿਣਾ ਪਿੱਛੇ ਪਿੱਛੇ ਬੋਲੋ। ਉਹ ਭਿਖਾ ਨੂੰ ਦਿਸਦਾ ਨਹੀਂ ਸੀ, ਉਹ ਝੂਠੇ ਬਰਤਨ ਹੀ ਸਾਰਾ ਦਿਨ ਸਾਫ਼ ਕਰੀ ਜਾਂਦੀ, ਤੁਰ ਫਿਰ ਕੇ ਸੇਵਾ ਨਹੀਂ ਸੀ ਵਿਚਾਰੀ ਕਰ ਸਕਦੀ, ਦਿਸਦਾ ਨਹੀਂ, ਝੂਠੇ ਬਰਤਨ ਸਾਫ਼ ਕਰੀ ਜਾਂਦੀ। ਭਾਈ ਸੰਤੋਖਾ ਦਾਲ ਪ੍ਰਸ਼ਾਦਾ ਵਰਤਾਉਣ ਦੀ ਸੇਵਾ। ਲੰਗਰ ਦੀ ਸਮਾਪਤੀ ਹੋਈ ਤੇ ਵੱਡੇ ਵੱਡੇ ਕੜਾਹੇ ਹੁੰਦੇ ਸਨ, ਮਾਂਜ ਕੇ ਜਾਂਦੇ ਸਨ ਦੋਵੇਂ ਜਾਣੇ। ਸਾਰਿਆਂ ਤੋਂ ਬਾਅਦ ਲੰਗਰ ਚੋਂ ਨਿਕਲਣਾ, ਸਭ ਤੋਂ ਪਹਿਲਾਂ ਆ ਜਾਣਾ। ਮਹਾਰਾਜ ਆ ਗਏ ਜੀ ਬਾਹਰੋਂ, ਕੋਈ 2-3 ਮਹੀਨਿਆਂ ਬਾਅਦ, ਤੇ ਸੰਗਤ ਨੇ ਕਹਿਣਾ ਸ਼ੁਰੂ ਕਰ ਦਿੱਤਾ, ਮਹਾਰਾਜ 2 ਸਰੀਰ ਲੰਗਰ 'ਚ ਆਏ ਤੇ 3-4 ਮਹੀਨੇ ਹੋ ਗਏ, ਮਹਾਰਾਜ ਬੜੀ ਹੋਈ ਸੇਵਾ ਕਰਦੇ। ਮਹਾਰਾਜ ਚੁੱਪ ਹੀ ਰਹਿੰਦੇ ਸਨ ਵੀ ਸੰਗਤ ਨੇ ਸਿਫਾਰਿਸ਼ ਕਰਨੀ ਉਹਨਾਂ ਦੀ, ਜਾਂ ਉਹਨਾਂ ਦੀ ਵਡਿਆਈ ਕਰਨੀ, ਚੰਗਾ ਕੰਮ ਕਰਨ ਵਾਲੇ ਦੀ ਵੈਸੀ ਵਡਿਆਈ ਹੋ ਜਾਂਦੀ ਹੈ। ਉਹ 8 ਮਹੀਨੇ ਲੰਘ ਗਏ ਜੀ। ਕਵੀ ਸੰਤੋਖ ਸਿੰਘ ਕਹਿੰਦੇ ਮਹਾਰਾਜ ਕਦੇ ਵੀ ਕੁਝ ਨਹੀਂ ਬੋਲੇ। ਜਦੋਂ 8 ਮਹੀਨੇ ਲੰਘ ਗਏ ਨਾ, ਤੇ ਉਹ ਮਹਾਰਾਜ ਕਹਿੰਦੇ ਜਿਨ੍ਹਾਂ ਦੀ ਇੰਨੀ ਵਡਿਆਈ ਕਰਦੇ ਹੋ ਵੀ ਸੱਦ ਕੇ ਲਿਆਓ ਉਹਨਾਂ ਨੂੰ। ਅੱਜ ਜਿਹੜਾ ਸਿੱਖ ਸੱਦਣ ਆਇਆ ਨਾ, ਉਹਨੇ ਭਾਈ ਸੰਤੋਖੇ ਦੇ ਹੱਥ 'ਚੋਂ ਦਾਲ ਵਾਲਾ ਬਾਲਟਾ ਫੜ ਲਿਆ। ਉਹ ਕਹਿੰਦਾ ਭਾਈ ਸਾਹਿਬ ਜੀ, ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਦ ਰਹੇ। ਬੜੀ ਵੱਡੀ ਗੱਲ ਹੈ, ਸਿੱਖ ਗੁਰੂ ਗੁਰੂ ਕਰੇ ਬਹੁਤੀ ਵੱਡੀ ਗੱਲ ਨਹੀਂ ਹੈ, ਗੁਰੂ ਸਿੱਖ ਨੂੰ ਸੱਦੇ ਬੜੀ ਵੱਡੀ ਗੱਲ ਹੈ। ਦਾ ਸਵੇਰੇ ਜਾਮਨੀ ਸਾਹਿਬ ਭੈਣ ਜੀ ਹੁਣੀ ਬੈਠੀਆਂ ਬੋਲ ਰਿਹਾ ਹਾਂ, ਮੈਂ ਜਦੋਂ ਸਵੇਰੇ ਦਸਤਾਰ ਬੰਨੀ ਦੀ ਹੈ ਨਾ, ਉਦੋਂ ਬਾਬਾ ਜੀ ਸਾਡੇ ਗੁਰਦੁਆਰੇ ਪੜ੍ਹ ਰਹੇ ਹੁੰਦੇ ਨੇ, ਆਵੋ ਸਿੱਖ ਸਤ ਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਗੁਰੂ ਸੱਦ ਰਿਹਾ ਹੁੰਦਾ। ਵੈਸੇ ਉਸ ਟਾਈਮ ਅਸੀਂ ਨਾ ਜਾਈਏ, ਇਹ ਸਾਡੇ ਮਾੜੇ ਭਾਗਾਂ ਦੀ ਨਿਸ਼ਾਨੀ ਹੈ ਵੀ ਗੁਰੂ ਸਾਹਿਬ ਜੀ ਆਵਾਜ਼ ਮਾਰਨ ਤੇ ਸਿੱਖ ਜੁੱਲੇ 'ਚੋਂ ਨਾ ਉੱਠੇ। ਇਹ ਵੱਡੇ ਭਾਗਾਂ ਦੀ। ਮੈਂ ਦਸਤਾਰ ਬੰਨ ਰਿਹਾ ਹੁੰਦਾ ਜਦੋਂ ਭਾਈ ਸਾਹਿਬ ਜੀ ਨਾਨਕ ਸਾਹਿਬ ਦਾ ਪਾਠ, ਤੇ ਕਈ ਵਾਰੀ ਮੇਰੇ ਮਨ 'ਚ ਆਉਂਦੀ, ਗੁਰੂ ਸਾਹਿਬ ਜੀ ਉਹ ਆਵਾਜ਼ਾਂ ਮਾਰ ਰਹੇ ਨੇ, ਚਲੋ ਜੀ ਦਸਤਾਰ ਬੰਨ ਕੇ ਗੁਰੂ ਸਾਹਿਬ ਨੂੰ ਮਿਲਣੇ ਜਾਣਾ। ਕਿਤੇ ਨਾ ਕਿਤੇ ਆਵਾਜ਼ ਮਾਰਦੇ ਨੇ, ਅਸੀਂ ਤਿਆਰੀ ਕਰਦੇ, ਚਲੋ ਜੀ ਆ ਗਏ ਗੁਰੂ ਸਾਹਿਬ ਜੀ। ਭਾਵਨਾ ਸਾਡੀ ਹੋਣੀ ਚਾਹੀਦੀ ਅੰਦਰ। ਹੁਣ ਉਹ ਭਾਈ ਸੰਤੋਖੇ ਨੇ ਬਾਲਟਾ ਫੜਾਇਆ ਤੇ ਘਰ ਵਾਲਿਆਂ ਕੋਲ ਚਲੇ ਗਏ। ਭਿਖਾ ਨੂੰ ਬਾਂਹ ਤੋਂ ਫੜ ਕੇ ਕਹਿੰਦੇ ਚੱਲ, ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੱਦਿਆ। ਉਹ ਅੱਗੋਂ ਕਹਿੰਦੀ ਸਾਨੂੰ ਗੁਰੂ ਸਾਹਿਬ ਨੇ ਸੱਦਿਆ। ਹਾਂ, ਉਹ ਸਿੱਖ ਨਾਲ ਤੁਰਿਆ ਜਾਂਦਾ, ਕਹਿੰਦਾ ਸਿੱਖ ਭਾਈ ਸੰਤੋਖੇ ਭਿਖਾ ਨੂੰ ਕਹਿੰਦਾ ਗੁਰੂ ਸਾਹਿਬ ਬੜੇ ਖੁਸ਼ ਜੇ ਤੁਹਾਡੇ ਤੇ, ਅੱਜ ਸੰਗਤ ਨੇ ਤੁਹਾਡੀ ਬੜੀ ਸਿਫਾਰਿਸ਼ ਵੀ ਵਡਿਆਈ ਵੀ ਕੀਤੀ, ਜੇ ਕੁਝ ਲੈਣ ਆਏ ਹੋ ਨਾ ਅੱਜ ਮੰਗ ਲਿਓ, ਗੁਰੂ ਸਾਹਿਬ ਨੇ ਦੇ ਦੇਣਾ ਹੈ। ਉਹ ਜਿਹੜਾ ਸਿੱਖ ਆਇਆ ਉਹ ਕਹਿ ਰਿਹਾ ਵੀ ਗੁਰੂ ਸਾਹਿਬ ਨੇ ਦੇ ਦੇਣਾ। ਉਹ ਸੰਤੋਖਾ ਖਾਂ ਸਾਨੂੰ ਗਰੀਬਾਂ ਨੂੰ ਮਹਾਰਾਜ ਨੇ ਸੱਦਿਆ। ਉਹ ਸਿੱਖ ਕਹਿੰਦੇ ਤੇ ਹੈ ਹੀ ਗਰੀਬਾਂ ਦਾ ਮਿੱਤਰ ਹੈ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ, ਜਿੱਥੇ ਨੀਚ ਸੁਮਾਂਦੀ ਨ ਤਿੱਥੇ ਨਦਰ ਤੇਰੀ, ਇਹ ਤੇ ਨੀਚੇ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰ। ਚਲੇ ਗਏ ਜੀ। ਮਹਾਰਾਜ ਦੀਵਾਨ ਦੀ ਸਮਾਪਤੀ, ਸਾਰੀ ਸੰਗਤ ਖੜੀ ਹੈ ਵੀ ਮਹਾਰਾਜ ਸੱਦ ਰਹੇ ਨੇ, ਕੀ ਦੇਣਗੇ, ਉਹ ਕੀ ਮੰਗਣਗੇ। ਮਹਾਰਾਜ ਨੇ ਘੋੜਾ ਮੰਗਵਾ ਲਿਆ, ਉਹਨੇ ਚਿਰ ਨੂੰ ਕਿਤੇ ਜਾਣਾ ਸੀ, ਸਿੜਿਆ ਮਿਲਿਆ ਵੀ ਮਹਾਰਾਜ ਨੇ ਫਲਾਣੇ ਥਾਂ ਤੇ ਜਾਣਾ। ਮਹਾਰਾਜ ਦੇ ਕੋਲ ਘੋੜਾ, ਇੱਕ ਸਿੱਖ ਲਗਾਮ ਫੜ ਕੇ ਭਾਈ ਸੰਤੋਖਾ ਭਿਖਾ ਨੇ ਜਾ ਕੇ ਮੱਥਾ ਟੇਕਿਆ। ਮਹਾਰਾਜ ਨੇ ਪੁੱਛ ਲਿਆ ਭਾਈ ਕਿੱਥੋਂ ਆਏ ਹੋ? ਕਹਿੰਦੇ ਜੀ ਬਠਿੰਡੇ ਤੋਂ। ਮਹਾਰਾਜ ਕਹਿੰਦੇ ਇੰਨੇ ਮਹੀਨੇ ਤੁਹਾਨੂੰ ਕਦੇ ਸੰਗਤ ਦੇ ਇੱਥੇ ਦੀਵਾਨ 'ਚ ਨਹੀਂ ਆਏ। ਕਹਿੰਦੇ ਜੀ ਤੁਹਾਡੇ ਦਰਸ਼ਨ ਕਰਨ ਦੇ ਅਜੇ ਉਹ ਸਾਡੇ ਕਰਮ ਨੇ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਪੂਰਬ ਕਰਮ ਅੰਕੁਰ ਜਪ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਵੱਡੇ ਭਾਗ ਭੇਟੇ ਗੁਰਦੇਵਾ। ਇਹ ਵੀ ਚੰਗੇ ਭਾਗਾਂ ਦੀ ਨਿਸ਼ਾਨੀ ਹੈ ਵੀ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕਰ ਲਈਏ। ਆਪ ਬੈਠੇ ਹੈ ਨਾ, ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਗੁਰੂ ਸਾਹਿਬ ਦੀ ਤਾਬਿਆ ਚ ਹਜ਼ੂਰੀ ਚ ਬੈਠੇ ਆ। ਉਹ ਭਾਈ ਸਾਹਿਬ ਜੀ ਕਹਿੰਦੇ ਵੀ ਆਏ ਹੋ, ਇੰਨੀ ਸੇਵਾ ਕੀਤੀ ਹੈ, ਦੱਸੋ ਕੀ ਚਾਹੀਦਾ, ਕੀ ਲੈਣ ਆਏ ਹੋ? ਤੇ ਉਹ ਭਾਈ ਸੰਤੋਖਾ ਜੀ, ਜਦੋਂ ਮਹਾਰਾਜ ਨੇ ਕਿਹਾ ਨਾ ਦੱਸੋ ਭਾਈ ਸੰਤੋਖਾ ਜੀ ਕੀ ਕੋਈ ਦਾਤ ਮੰਗਣ ਆਏ ਹੋ, ਦੱਸੋ ਕੀ ਚਾਹੀਦਾ? ਤੇ ਭਾਈ ਸੰਤੋਖਾ ਹੱਥ ਜੋੜ ਕੇ ਕਹਿੰਦਾ ਮਹਾਰਾਜ ਦਾਤ ਬੜੀ ਵੱਡੀ ਮੈਂ ਨਹੀਂ ਮੰਗਣੀ, ਮੇਰੀ ਬੇਨਤੀ ਹੈ, ਮੇਰੀ ਘਰ ਵਾਲੀ ਬੇਨਤੀ ਕਰੇਗੀ। ਬੀਬੀਆਂ ਨੂੰ ਜ਼ਿਆਦੀ ਲਾਲਸਾ ਹੁੰਦੀ ਹੈ। ਚਲੋ ਕਿਤੇ ਨਾ ਕਿਤੇ ਬੰਦੇ ਦੇ ਮਨ 'ਚ ਉਹ ਬੱਚਾ, ਗੁਰੂ ਗ੍ਰੰਥ ਸਾਹਿਬ ਜੀ ਵੀ ਕਹਿੰਦੇ ਆ ਔਰਤ ਕੋਲ ਜੋ ਕੁਝ ਮਰਜ਼ੀ ਹੋਵੇ, ਜਿੰਨਾ ਚਿਰ ਉਹ ਮਾਂ ਨਹੀਂ ਬਣਦੀ ਆਪਣੇ ਆਪ ਨੂੰ ਸੰਪੂਰਨ ਨਹੀਂ ਤੇ ਸਮਝਦੀ ਹੈ।
ਉਹ ਤੜਫ ਹੁੰਦੀ ਇੱਕ ਉਹਦੇ ਅੰਦਰ ਇਹੋ ਜਿਹਾ ਉਹਨੂੰ ਦਰਦ ਚੋਂ ਵੀ ਸੁੱਖ ਮਿਲਦਾ ਹੈ ਬੱਚੇ ਦੀ। ਉਹ ਜਦੋਂ ਉਸ ਔਰਤ ਨੂੰ ਪਤਾ ਹੈ ਜਿਹੜੀ ਮਾਂ ਨਹੀਂ ਬਣੀ ਹੈ, ਉਹਦੇ ਅੰਦਰ ਕਿੰਨਾ ਕਹਿੰਦਾ ਜੀ ਮਹਾਰਾਜ ਮੰਗਣਾ ਤੇ ਹੈ, ਦਾਤ ਬੜੀ ਵੱਡੀ, ਮੈਂ ਬੇਨਤੀ ਕਰਦਾ ਮੇਰੀ ਘਰ ਵਾਲੀ ਮੰਗੇਗੀ। ਮਹਾਰਾਜ ਹੱਸ ਪਏ, ਕਹਿਣ ਲੱਗੇ ਅਸੀਂ ਤੈਨੂੰ ਮੰਗਣ ਵਾਸਤੇ ਕਿਹਾ, ਤੂੰ ਤੇ ਇੱਕ ਸ਼ਰਤ ਰੱਖਦੀ ਘਰ ਵਾਲੀ। ਮਹਾਰਾਜ ਕਹਿੰਦੇ ਫਿਰ ਇੱਕ ਗੱਲ ਸਾਡੀ ਵੀ ਸੁਣੋ, ਜੇ ਤੇ ਤੂੰ ਮੰਗਣਾ ਹੈ ਵਾਰ-ਵਾਰ ਜੋ ਮਰਜ਼ੀ ਮੰਗ ਲਈ ਤੈਨੂੰ ਮਿਲ ਜਾਏਗਾ। ਜੇ ਤੁਹਾਡੇ ਘਰ ਵਾਲਾ ਭਿੱਖਾ ਜੇ ਤੂੰ ਮੰਗਣਾ ਹੈ ਨਾ, ਤੇ ਮਹਾਰਾਜ ਕਹਿੰਦੇ ਸਿਰਫ ਇੱਕ ਵਾਰੀ, ਦੂਸਰੀ ਵਾਰ ਕੁਝ ਨਹੀਂ ਕਹਿਣਾ। ਉਹ ਘਰ ਵਾਲਾ ਫਿਰ ਕਹਿੰਦਾ ਕਬਲੀਏ ਮੰਗ ਲਈ, ਹੁਣ ਜਿਹੜੀ ਦਾਤ ਨੂੰ ਤਰਸਦੇ ਰਹੇ, ਖੂਹਾਂ 'ਚ ਵੀ ਲੜਕੇ ਐ ਇਸ ਦਾਤ ਵਾਸਤੇ ਅਸੀਂ। ਉਹ ਕਈ ਨਾ ਉਹ ਪੁਰਾਤਨ ਸਮੇਂ ਬੀਬੀਆਂ ਖੂਹਾਂ 'ਚ ਵੀ ਲਮਕਦੀਆਂ ਸਨ ਵੀ ਸ਼ਾਇਦ ਐ ਰੱਬ ਖੁਸ਼ ਹੋ ਜਾਏਗਾ ਦਾਤ ਦੇ ਦੇਗਾ, ਵੀ ਬੜੀਆਂ ਥਾਵਾਂ ਦੇ ਗਏ ਕਿਤੇ ਉਹਨੇ ਹੁਣ ਮੰਗ ਲਈ। ਮਹਾਰਾਜ ਕਹਿੰਦੇ ਮੰਗੋਗੇ ਵੀ ਕੁਝ ਕਿ ਸਲਾਹ ਹੀ ਕਰਨੀ ਅਸੀਂ ਜਾਣਾ ਹੈ। ਫਿਰ ਭਿੱਖਾ ਨੇ ਅੱਖਾਂ ਤੋਂ ਦਿਸਦਾ ਨਹੀਂ ਸੀ, ਹੱਥ ਜੋੜ ਕੇ ਜਿੱਧਰੋਂ ਮਹਾਰਾਜ ਦੀ ਆਵਾਜ਼ ਆ ਰਹੀ ਹੈ, ਹੱਥ ਜੋੜ ਕੇ ਕਹਿੰਦੀ ਕਰਦੀ ਹੈ ਬੇਨਤੀ ਸਤਿਗੁਰੂ ਅੱਗੇ ਭਿੱਖਾ, ਮੇਰਾ ਨਾਮ ਭਿੱਖਾ ਜੀ, ਬੇਨਤੀ ਕਰਨ ਲੱਗੀ ਹੈ। ਕਹਿੰਦੀ ਸੋਨੇ ਦੀ ਮਧਾਣੀ ਹੋਵੇ, 9 ਦੁੱਧ ਰਿੜਕਦੀ ਵੇਖਾਂ। ਇਹਨੇ ਅਰਦਾਸ ਕਵੀ ਰੂਪ ਚ ਅਰਦਾਸ ਕੀਤੀ, ਕਾਵ ਰੂਪ ਦੇ ਅੰਦਰ। ਕਹਿੰਦੀ ਜੇ ਨਾਮ ਭਿੱਖਾ ਕਰਦੀ ਹਾਂ ਬੇਨਤੀ ਸਤਿਗੁਰੂ ਅੱਗੇ। ਬੜੇ ਪਿਆਰੇ ਬੋਲ ਨੇ ਵੀ ਨਾਮ ਭਿੱਖਾ ਬੇਨਤੀ ਸਤਿਗੁਰੂ ਅੱਗੇ ਹੈ, ਸੋਨੇ ਦੀ ਮਧਾਣੀ ਹੋਵੇ, 9 ਦੁੱਧ ਰਿੜਕਦੀ ਵੇਖਾਂ। ਸਿੱਧਾ ਪੁੱਤ ਨਹੀਂ ਮੰਗਿਆ, ਸੋਨੇ ਦੀ ਮਧਾਣੀ। ਸਾਡੇ ਨਾਲ ਨਿਰਧਨ ਭਯੰਗ ਧਨਵੰਤੈ, ਰੋਗੀਆਂ ਨੂੰ ਰੋਗ ਖੰਡਣੇ ਦਾਸ ਉਸ ਪੰਕਤੀ ਦੀ ਵਿਚਾਰ ਕਰ ਰਿਹਾ। ਹੁਣ ਕਹਿੰਦੀ ਜੀ ਸੋਨੇ ਦੀ ਮਧਾਣੀ। ਸਾਡੇ ਬਜ਼ੁਰਗ ਕਿਸੇ ਘਰ ਦੀ ਅਮੀਰੀ ਦੀ ਗੱਲ ਕਰਦੇ ਸਨ ਨਾ, ਇੱਥੇ ਸਮਾਪਤੀ ਕਰ ਦਿੰਦੇ ਸਨ। ਕਹਿੰਦੇ ਭਾਈ ਉਹਨਾਂ ਦੀ ਕੀ ਗੱਲ ਕਰਨੀ, ਉਹਨਾਂ ਦੇ ਘਰਾਂ 'ਚ ਤੇ ਦੁੱਧ ਰਿੜਕਣ ਵਾਲੀਆਂ ਮਧਾਣੀਆਂ ਵੀ ਸੋਨੇ ਦੀਆਂ ਹੈ, ਵੀ ਬਹੁਤ ਅਮੀਰੀ ਕਿਸੇ ਘਰ ਦੇ ਅੰਦਰ, ਵੀ ਮਧਾਣੀਆਂ ਵੀ ਉਹਨਾਂ ਨੇ ਸੋਨੇ ਦੀਆਂ ਰੱਖੀਆਂ। ਵੀ ਹੁਣ ਕਹਿੰਦੀ ਵੀ ਸੋਨੇ ਦੀ ਮਧਾਣੀ ਹੋਵੇ, ਗਰੀਬ ਸਨ ਵਿਚਾਰੇ, 9 ਦੁੱਧ ਰਿੜਕਦੀ ਵੇਖਾਂ। ਹੁਣ 9 ਤੇ ਤਾਂ ਹੀ ਆਏਗੀ ਉਹਨੇ ਪੁੱਤ ਹੋਏਗਾ, ਫਿਰ 9 ਦੁੱਧ ਰਿੜਕਦੀ ਹੋਈ ਨੂੰ ਵੇਖਾਂ ਵੀ ਵੇਖੇਗੀ ਤੇ ਤਾਂ ਨਾ, ਜੇ ਅੱਖਾਂ ਦੀ ਜੋਤ ਹੋਏਗੀ, ਅੱਖਾਂ ਤੋਂ ਤੈਨੂੰ ਦਿਸਦਾ ਕੋਈ ਨਹੀਂ ਹੈ। ਉਹ ਮਹਾਰਾਜ ਨੇ ਜਦੋਂ ਬੇਨਤੀ ਸੁਣੀਆਂ ਹੱਸ ਪਏ, ਕਹਿੰਦੇ ਭਿੱਖਾ ਮਾੜਾ ਜੀ ਉੱਚੀ ਬੋਲੋ ਕੀ ਮੰਗਿਆ। ਸੰਗਤ ਬਹੁਤ ਗੜੀ ਸੀ ਵੀ ਸਹਿਜੇ ਬੇਨਤੀ, ਆਪਾਂ ਸੰਗਤ ਬੈਠੀ ਹੋਵੇ ਜੇ ਕਿਸੇ ਨੇ ਮੰਗਣਾ ਹੋਵੇ ਨਾ ਸਹਿਜੇ ਬੋਲਦਾ ਹੈ। ਵੀ ਕਈ ਵਾਰੀ ਮਨ 'ਚ ਵੀ ਹੁੰਦਾ ਵੀ ਕੋਈ ਸੁਣ ਨਾ ਲਵੇ ਵੀ ਇਹ ਕੀ ਮੰਗ ਰਿਹਾ ਹੈ, ਐਸਾ ਵੀ ਕਈ ਵਾਰੀ ਹੋ ਜਾਂਦਾ। ਮਹਾਰਾਜ ਕਹਿੰਦੇ ਸੰਗਤ ਵੱਲ ਮੁਖ ਕਰਕੇ ਦੱਸੋ ਕੀ ਮੰਗਿਆ। ਮਹਾਰਾਜ ਹੱਸ ਕੇ ਕਹਿੰਦੇ ਮੰਗਿਆ ਵੀ ਇੱਕ ਵਾਰੀ, ਛੱਡਿਆ ਵੀ ਕੁਝ ਨਹੀਂ, ਦੱਸੋ ਕੀ ਮੰਗਿਆ। ਤੇ ਭਿੱਖਾ ਫਿਰ ਹੱਥ ਜੋੜ ਕੇ ਸੰਗਤ ਵੱਲ ਮੁਖ ਕਰਕੇ ਕਹਿੰਦੀ ਜੀ ਕਰਦੀ ਹੈ ਬੇਨਤੀ ਸਤਿਗੁਰੂ ਅੱਗੇ ਭਿੱਖਾ, ਸੋਨੇ ਦੀ ਮਧਾਣੀ ਹੋਵੇ, 9 ਦੁੱਧ ਰਿੜਕਦੀ ਵੇਖਾਂ, ਚੁਬਾਰੇ 'ਚ ਪੰਘੂੜਾ ਹੋਵੇ, ਪੋਤਾ ਖੇਡਦੀ ਦੇਖਾਂ। ਮਹਾਰਾਜ ਹੱਸ ਪਏ, ਕਹਿੰਦੇ ਤੂੰ ਪੰਕਤੀ ਹੋਰ ਤੈਨੂੰ ਕਿਹਾ ਸੀ ਇੱਕ ਵਾਰੀ ਮੰਗਣਾ। ਕਹਿੰਦੀ ਸਤਿਗੁਰੂ ਜੀ ਪੁੱਤ ਵਾਸਤੇ ਬੜੀਆਂ ਥਾਵਾਂ ਤੇ ਤੜਫਦੀ ਰਹੀ, ਬੜੀਆਂ ਥਾਵਾਂ ਤੇ ਨੱਕ ਗੋਡੇ ਰਗੜੇ ਨੇ, ਕਿਤੇ ਉਹਨੇ ਮਿਲਿਆ। ਮਹਾਰਾਜ ਤੁਸੀਂ ਜਦੋਂ ਦੂਸਰੀ ਵਾਰੀ ਕਿਹਾ ਨਾ ਵੀ ਮੰਗ ਭਿੱਖਾ, ਕਹਿੰਦੇ ਪੁੱਤ ਤੁਹਾਡੇ ਤੋਂ ਮੰਗ ਲਿਆ। ਮੈਂ ਕਿਹਾ ਪੋਤਰਾ ਸੰਗਤ ਤੋਂ ਮੰਗ ਲਾ, ਮੇਰੀ ਨਹੁੰ ਕੱਲ ਨੂੰ ਆਵੇ, 2-4 ਸਾਲ ਉਹਨੂੰ ਨਾ ਮਿਲਿਆ, ਮੇਰੇ ਵਾਂਗੂ ਹੋਰ ਕਿਸੇ ਜਗ੍ਹਾ ਤੇ ਨਾ ਤੁਰੀ ਫਿਰੇ, ਉਹ ਵੀ ਅੱਜ ਤੇਰੇ ਘਰੋਂ ਹੀ ਮਿਲ ਜੇ, ਉਹ ਵੀ ਤੂੰ ਹੀ ਬਖਸ਼ਿਸ਼ ਵਰਤਾਓ। ਤੇ ਮਹਾਰਾਜ ਘੋੜੇ ਤੇ ਚੜ ਕੇ ਹੱਸ ਕੇ ਕਹਿੰਦੇ ਜਾ ਭਿੱਖਾ, ਸਮੇਂ ਅਨੁਸਾਰ ਤੈਨੂੰ ਸਭ ਕੁਝ ਮਿਲੇਗਾ ਜੋ ਮੰਗ ਕੇ ਚੱਲਿਓ, ਕਿਉਂਕਿ ਬਾਬੇ ਨਾਨਕ ਦੇ ਲੰਗਰਾਂ ਦੀ ਤੁਸੀਂ ਸੇਵਾ ਕੀਤੀ ਹੈ। ਨਿਰਧਨ ਭਯੰਗ ਧਨਵੰਤੈ, ਰੋਗੀਆਂ ਨੂੰ ਰੋਗ ਖੰਡਣਾ। ਉਹ ਰੋਗ ਵੀ ਅੱਖਾਂ ਦੀ ਜੋਤ ਵੀ ਆ ਗਈ ਨਾ, ਪੋਤਰਾ ਵੀ ਹੋਗਾ, ਚਬਾਰੇ ਵੀ ਪੈ ਗਏ, ਉਹ ਮਧਾਣੀਆਂ ਵੀ ਸੋਨੇ ਦੀਆਂ ਆ ਗਈਆਂ, ਸਾਰਾ ਕੁਝ ਮਿਲਿਆ। ਗੁਰੂ ਸਾਹਿਬ ਜੀ ਕਹਿੰਦੇ ਮਿਲਦੇ ਕੋਈ ਮੰਗੇ ਤੇ ਸਹੀ ਗੁਰੂ ਸਾਹਿਬ ਜੀ ਦੇ ਕੋਲੋਂ, ਉਹ ਬਖਸ਼ਿਸ਼ ਵਰਤਾਉਂਦੇ ਐ। ਨਿਰਧਨ ਭਯੰਗ ਧਨਵੰਤੈ, ਗੁਰੂ ਅਰਜਨ ਸਾਹਿਬ ਜੀ ਕਹਿੰਦੇ ਅਨਕ ਉਪਾਮੀ ਰੋਗ ਨਾ ਜਾਏ, ਰੋਗ ਮਿਟੇ ਅਵਖਤ ਲਾਏ ਦਾ ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਮੋਖਤ ਮੁਖ ਦੇਵੇ ਕਾਟੇ ਜਬ ਕੀ ਫੰਦਾ। ਮਹਾਰਾਜ ਹੱਸ ਪਏ, ਕਹਿੰਦੇ ਜਾਓ ਭਾਈ ਸਭ ਕੁਝ ਮਿਲੇਗਾ। ਅਗਲੇ ਬਚਨ ਭਗਤਾਂ ਨੂੰ ਭਗਤ ਦਾਨੰਗ, ਕਹਿੰਦੇ ਭਗਤਾਂ ਨੂੰ ਭਗਤੀ ਦਾ ਦਾਨ, ਭਗਤੀ ਤਾਂ ਬਣੇ ਰੱਬ ਨੇ ਭਗਤੀ ਦਾ ਦਾਨ ਦਿੱਤਾ ਨਾ। ਰਾਮ ਨਾਮ ਗੁਣ ਕੀਰਤਨ ਹੈ, ਰਾਮ ਦਾ ਨਾਮ ਔਰ ਗੁਣ ਕੀਰਤਨ ਇਹ ਵੀ ਇੱਕ ਦਾਤ ਰੂਪ ਚ ਮਿਲਦੀ ਹੈ। ਅਖੀਰਲੇ ਬਚਨ ਨੇ ਪਾਰ ਬ੍ਰਹਮ ਪੁਰਖ ਦਤਾਰਿਓ, ਪਾਰ ਬ੍ਰਹਮ ਜਿਹੜਾ ਦਤਾਰ ਹੈ ਨਾ, ਪਾਤਸ਼ਾਹ ਪੁਰਖ ਹੈ। ਨਾਨਕ ਗੁਰ ਸੇਵਾ ਕੇ ਨਾ ਲੱਭੇ, ਅਤੇ ਨਾਨਕ ਦੱਸੋ ਗੁਰੂ ਦੀ ਸੇਵਾ ਤੋਂ ਕੀ ਨਹੀਂ ਜੇ ਲੱਭਦਾ। ਸਭ ਕੁਝ ਮਿਲਦਾ ਹੈ ਸੇਵਾ ਕਰਕੇ। ਤੇ ਕੋਈ ਵੇਖੇ ਦਾਸ ਨੇ ਪਹਿਲਾਂ ਸੇਵਾ ਦੀਆਂ ਪੰਕਤੀਆਂ ਪੜ੍ਹੀਆਂ, ਇੱਥੇ ਜਪਣ ਮਰਨ ਵੀ ਕੱਟਿਆ ਜਾਂਦਾ ਹੈ, ਧਨ ਵੀ ਮਿਲਦਾ ਹੈ, ਨਾਮ ਵੀ ਮਿਲਦਾ ਹੈ, ਦੁਨਿਆਵੀ ਵੀ ਮੰਗੀਏ ਜੋ ਕੁਝ ਮਿਲਦਾ ਹੈ। ਇੱਕ ਬੰਦ ਹੈ ਸੁਖਮਨੀ ਸਾਹਿਬ ਦੀ ਬਾਣੀ ਚ, ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰ ਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ।
सतगुर सिख को नाम धन दे, गुर का सिख भागी है। सतगुर सिख का हलत पलत सवारे, नानक सतगुर सिख को जी नाल समारे। दाता मिलने जो गुरु टुटदा है। नानक गुर सेवा के ना लभे, अते नानक गुरु की सेवा चो की नहीं लभदा। परिवार बड़ी श्रद्धा भावना सहित सतगुरां दे चरनां च सेवा करने सब तो वड्डी सेवा है जिहड़ी गुरु साहिब ते बाणी के प्रकाश होए। गुरमुख प्यारे ने बाणी परिवार नूं संगत नूं सरवण करवाई। रब दीआं दित्तियां दातां चों प्रसादा पाणी भी चल रहा है। बहुत वड्डी सेवा। सतगुरु कृपा करन सारे परिवार नूं अमृत वेले दे इशनान, नितनेम दीआं दातां, बाणी बाणी नाल प्यार बख्श करन। वैसे परिवार की रोजाना जामनी साहिब की हाज़री है। बापू जी अपने बच्चों को लैके जाते हैं। साडे भैन जी हाज़री भरते, सरदार कुलबीर सिंह जी, सारा परिवार गुरु चरणों के नाल जुड़े। वो दस भी रहे सन भैन जी जदों दे जुड़े हैं, बख्शिश भी बड़ी वरती है, वरतदी है गुरमुखो। जब ते दर्शन भेटे साधु भले दिन सोए। आए भाई जदों दे असीं जुड़ गए ना, भले दिन आ गए साडे जीवन च। गुरु बख्शिशां वरताउंदा। इसे तरह सतगुरु परिवार को अमृत वेले दे इशनान, नितनेम दीआं दातां, बाणी बाणी नाल प्यार बख्शिश करन। सारे परिवार को तंदुरुस्ती, देशां विदेशां च बच्चिआं नूं चढ़दी कला बख्शिश करन। इसे तरह ही परिवार खुशियां दे समय सतगुरां दे चरण परसदा रहे। इन्नियां को बेनतियां प्रवान करनियां जी। दास बेनती करेगा, दास ने अगे जाना। इस तो बाद आनंद साहिब जी का पाठ बाबा जी कर लैणगे ते दास ने अगे वो सरदार भाग सिंह जी सरपंच साहब आसल पिंड, उन्हां दे घरे कोई प्रोग्राम है, इत्थे भी हाज़री भर के गए है। बाबा जी तुसीं जल्दी पहुंचना है। दास ने ये तो खिमा मंगनी है जी, चले जाना। मैं पहला भी परिवार को बेनती की जी, दास ने उठ जाना, फिर उत्थे जाके हाज़री भरनी। दास का उस परिवार नाल भी बड़ा प्यार है। इन्नियां को बेनतियां प्रवान करनियां जी। भुलां चूकां दी खिमा। वाहिगुरू जी का खालसा, वाहिगुरू जी की फतेह। रामकली महला तीजा, आनंद एक ओंकार सतगुर प्रसाद। आनंद भया मेरी माए, सतगुरु मैं पाया, सतगुरता पाया सहज सिद्धि। मन बचिया वधाइयां, राग रतन कुरबान पदियां, शब्द गावण आईयां। शब्दों ता गावो हरि केरा, मन जिने वसाया, कहे नानक आनंद